ਲੋਕਾਂ ਦੀ ਫਰਸਟ੍ਰੇਸ਼ਨ ਹੈ ਯੂਸੀਪੀ ਦੀ ਸਰਕਾਰ ਤੋਂ, ਯੂਸੀਪੀ ਦੇ ਏਜੰਡੇ ਤੋਂ, ਚਾਹੇ ਉਹ ਹੈਲਥ ਕੇਅਰ ਨੂੰ ਲੈ ਕੇ ਹੋਵੇ, ਐਜੂਕੇਸ਼ਨ ਨੂੰ ਲੈ ਕੇ ਹੋਵੇ ਜਾਂ ਸੇਫਟੀ ਨੂੰ ਲੈ ਕੇ ਹੋਵੇ। ਇਹ ਸਾਰੇ ਇਸ਼ੂਜ਼ ਦੇ ਉੱਤੇ ਲੋਕ ਫਰਸਟ੍ਰੇਟਡ ਨੇ ਔਰ ਲੋਕ ਟਰਸਟ ਕਰ ਰਹੇ ਨੇ ਰੇਚਲ ਨੋਟਲੀ ਤੇ, ਅਲਬਰਟਾ ਐਨਡੀਬੀ ਤੇ, ਕਿ ਇੱਕ ਐਸੀ ਸਰਕਾਰ, ਐਸਾ ਲੀਡਰ ਉਹ ਚਾਹੁੰਦੇ ਨੇ ਜਿਹਦੇ ਤੇ ਉਹ ਭਰੋਸਾ ਕਰ ਸਕਣ। ਸਾਡੇ ਲੀਡਰ ਰੇਚਲ ਨੋਟਲੀ ਨੇ $1.2 ਬਿਲੀਅਨ ਕੈਲਗਰੀ ਵਾਸਤੇ ਅਨਾਉਂਸ ਕੀਤਾ। ਉਹਦੇ ਵਿੱਚ ਉਹਨਾਂ ਨੇ 40 ਸਕੂਲ ਬਣਾਉਣ ਤੇ ਮਾਡਰਨਾਈਜ਼ ਕਰਨ ਦੀ ਗੱਲ ਕੀਤੀ। ਅਸੀਂ ਇਹ ਕਮਿਟਮੈਂਟ ਕੀਤੀ ਹੈ ਕਿ 150 ਨਵੇਂ ਪੁਲਿਸ ਆਫੀਸਰ ਤੇ 150 ਨਵੇਂ ਸੋਸ਼ਲ ਵਰਕਰ, ਕਿਉਂਕਿ ਇਸ ਕ੍ਰਾਈਮ ਨੂੰ ਰੋਕਣ ਦੇ ਦੋ ਤਰੀਕੇ ਆ। ਇੱਕ ਤਾਂ ਕ੍ਰਾਈਮ ਹੋਵੇ ਹੀ ਨਾ, ਕਿ ਦੂਸਰਾ ਇਹ ਕਿ ਕ੍ਰਾਈਮ ਜੇ ਹੋ ਗਿਆ ਤਾਂ ਉਹਨੂੰ ਠੱਲ ਪਾਉਣ ਲਈ, ਕਿ ਉਸ ਤੋਂ ਅੱਗੇ ਨਾ ਵਧੇ, ਉਹਨੂੰ ਠੱਲ ਪਾਉਣ ਲਈ ਸਾਨੂੰ ਪੁਲਿਸ ਦੀ ਲੋੜ ਪੈਂਦੀ ਹੈ। ਅਲਬਰਟਾ ਵਾਈਜ਼ ਆ ਜਾਂ ਕੈਨੇਡਾ ਵਾਈਜ਼ ਕਹ ਲਓ, ਕੀ ਤੁਹਾਡੀ ਪਾਰਟੀ ਕੀ ਲੈ ਕੇ ਆ ਰਹੀ ਹੈ ਤੇ ਕੀ ਰੋਡ ਮੈਪ ਕੀ ਰਹਿਣ ਵਾਲਾ ਹੈਲਥ ਦੇ ਉੱਪਰ? ਹਾਂਜੀ, ਹੈਲਥ ਦੇ ਉੱਤੇ ਅਸੀਂ 2-3 ਅਨਾਉਂਸਮੈਂਟਸ ਕੀਤੀਆਂ ਵੀ ਆ, ਕਰ ਵੀ ਰਹੇ ਹਾਂ। ਸਭ ਤੋਂ ਇੰਪੋਰਟੈਂਟ ਜਿਹੜੀ ਆ ਉਹ ਅਲਬਰਟਾ ਹੈਲਥ ਟੀਮਸ ਸਾਡਾ ਕਨਸੈਪਟ ਹੈ ਕਿ ਕਮਿਊਨਿਟੀਜ਼ ਦੇ ਵਿੱਚ ਜਿਹੜੇ ਆ ਨਾ ਸਾਰੇ ਰਿਸੋਰਸ ਜਿਹੜੇ ਆ, ਡਾਕਟਰ, ਸਾਈਕੈਟਰਿਸਟ, ਮੈਂਟਲ ਹੈਲਥ ਕਲੀਨਿਕਸ ਤੇ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਇਕੱਠੀਆਂ ਹੋਣ। ਯੂਸੀਪੀ ਨੇ 2019 ਦੀ ਇਲੈਕਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਇਹਦੇ ਤੇ ਕੰਮ ਕਰਾਂਗੇ। 4 ਸਾਲ ਬੀਤ ਗਏ, ਉਹਨਾਂ ਨੇ ਕੋਈ ਵੀ ਇਹਦੇ ਉੱਤੇ ਕੰਮ ਨਹੀਂ ਕੀਤਾ। ਅਸੀਂ ਇਹ ਕਮਿਟਮੈਂਟ ਕਰਦੇ ਹਾਂ ਕਿ ਅਸੀਂ ਕਾਲਜ ਆਫ ਫਿਜ਼ੀਸ਼ੀਅਨਸ ਜਾਂ ਜਿਹੜੇ ਹੋਰ ਮੈਡੀਕਲ ਪ੍ਰੋਫੈਸ਼ਨਲ ਰੈਗੂਲੇਟਰੀ ਬੋਡੀਜ਼ ਹੈ, ਅਸੀਂ ਉਹਨਾਂ ਦੇ ਨਾਲ ਮਿਲ ਕੇ, ਅਸੀਂ ਉਹਨਾਂ ਦੇ ਨਾਲ ਰਲ ਕੇ ਕੰਮ ਕਰਕੇ ਜਿਹੜੇ ਫੋਰਨ ਕ੍ਰੈਡੈਂਸ਼ੀਅਲ ਆ ਉਹਨਾਂ ਨੂੰ ਰੈਕਗਨਾਈਜ਼ ਕਰਨ ਦੇ ਉੱਤੇ ਕੰਮ ਕਰਾਂਗੇ। ਪ੍ਰੋ ਪੰਜਾਬ ਟੀਵੀ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਾਂ ਕਮਲਜੀਤ ਬੁੱਟਰ। ਅੱਜ ਅਸੀਂ ਗੱਲ ਕਰਾਂਗੇ ਜੀ ਕੈਲਗਰੀ ਨਾਰਥ ਈਸਟ ਤੋਂ ਐਮਐਲਏ ਦੀ ਜਿਹੜਾ ਇਲੈਕਸ਼ਨ ਲੜ ਰਹੇ ਨੇ ਗੁਰਿੰਦਰ ਬਰਾੜ ਉਹਨਾਂ ਦੇ ਨਾਲ, ਤੇ ਆਖਰੀ ਦੌਰ ਦੇ ਵਿੱਚ ਪਹੁੰਚ ਚੁੱਕੀ ਹੈ ਜਿਹੜੀ ਇਲੈਕਸ਼ਨ ਹੈ, 29 ਮਈ ਨੂੰ ਹੋਣੀ ਆ। ਤੇ ਕੀ ਪ੍ਰੋਮਿਸ ਰਹੇ ਨੇ ਤੇ ਕਿਸ ਤਰ੍ਹਾਂ ਅੱਗੇ ਰੋਡ ਮੈਪ ਰਹਿਣ ਵਾਲਾ, ਜਿਹੜੇ ਮੁੱਦੇ ਲੋਕਾਂ ਦੇ ਵਿੱਚ ਲੈ ਕੇ ਵੀ ਆ ਰਹੇ ਨੇ ਤੇ ਉਹਨਾਂ ਨੂੰ ਦੱਸ ਵੀ ਰਹੇ ਨੇ ਪਾਰਟੀਆਂ ਦੇ ਬਾਰੇ, ਉਹ ਸਾਰੀ ਗੱਲਬਾਤ ਕਰਾਂਗੇ ਜੀ। ਤੇ ਡਿਟੇਲ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਥੋੜ੍ਹੀ ਬਹੁਤੀ ਉਹਦੇ 'ਤੇ ਵੀ ਗੱਲਬਾਤ ਕਰਦੇ ਹਾਂ। ਗੁਰਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਜੀ ਥੈਂਕ ਯੂ ਬੁੱਟਰ ਸਾਹਿਬ, ਔਰ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪਹਿਲਾ ਸਵਾਲ ਮੇਰਾ ਇਹੀ ਹੈ ਜੀ, ਲੋਕਾਂ ਨੂੰ ਮਿਲ ਰਹੇ ਹੋ, ਡੋਰ ਨੋਕਿੰਗ ਹੋ ਰਹੀ ਹੈ, ਕੀ ਆਊਟਪੁੱਟ ਕੀ ਆ ਰਹੀ ਹੈ? ਜੀ ਲੋਕਾਂ ਦੇ ਦਰਵਾਜ਼ਿਆਂ ਦੇ ਉੱਤੇ ਪਿਛਲੇ 1.5 ਸਾਲ ਤੋਂ ਤਕਰੀਬਨ ਮੈਂ ਜਾ ਰਿਹਾ, ਲੋਕਾਂ ਦੇ ਇਸ਼ੂਜ਼ ਸੁਣ ਰਹੇ ਹਾਂ, ਲੋਕਾਂ ਦੇ ਕੰਸਰਨ ਸੁਣ ਰਹੇ ਹਾਂ, ਔਰ ਜਿਹੜੀ ਲੋਕਾਂ ਦੀ ਫਰਸਟ੍ਰੇਸ਼ਨ ਹੈ ਯੂਸੀਪੀ ਦੀ ਸਰਕਾਰ ਤੋਂ, ਯੂਸੀਪੀ ਦੇ ਏਜੰਡੇ ਤੋਂ, ਚਾਹੇ ਉਹ ਹੈਲਥ ਕੇਅਰ ਨੂੰ ਲੈ ਕੇ ਹੋਵੇ, ਐਜੂਕੇਸ਼ਨ ਨੂੰ ਲੈ ਕੇ ਹੋਵੇ ਜਾਂ ਸੇਫਟੀ ਨੂੰ ਲੈ ਕੇ ਹੋਵੇ, ਇਹ ਸਾਰੇ ਇਸ਼ੂਜ਼ ਦੇ ਉੱਤੇ ਲੋਕ ਫਰਸਟ੍ਰੇਟਡ ਨੇ ਔਰ ਲੋਕ ਟਰਸਟ ਕਰ ਰਹੇ ਨੇ ਰੇਚਲ ਨੋਟਲੀ ਤੇ, ਅਲਬਰਟਾ ਐਨਡੀਬੀ ਤੇ, ਕਿ ਇੱਕ ਐਸੀ ਸਰਕਾਰ, ਐਸਾ ਲੀਡਰ ਉਹ ਚਾਹੁੰਦੇ ਨੇ ਜਿਹਦੇ ਤੇ ਉਹ ਭਰੋਸਾ ਕਰ ਸਕਣ। ਤੇ ਗੁਰਿੰਦਰ ਜੀ, ਹੁਣ ਚਲੋ ਉਹ ਸਮਾਂ ਤਾਂ ਠੀਕ ਹੈ ਕਿ ਜੋ ਪਿਛਲਾ ਲੰਘ ਗਿਆ, ਹੁਣ ਤਾਂ ਇਹ ਹੈ ਵੀ ਤੁਸੀਂ ਕੀ ਕਰਨਾ, ਮੇਨ ਮਸਲਾ ਤਾਂ ਹੁਣ ਇਹ ਹੈ। ਤੇ ਜਿੱਦਾਂ ਮੈਂ ਸਟਾਰਟਿੰਗ ਇਸ ਪੂਰੇ ਏਰੀਏ ਦੇ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਰਹੀ ਹੈ ਉਹ ਸਕੂਲਾਂ ਦੀ ਰਹੀ ਹੈ। ਸਕੂਲਾਂ ਦੇ ਉੱਪਰ ਹੁਣ ਐਨਡੀਪੀ ਦਾ ਰੋਡ ਮੈਪ ਕੀ ਹੈ, ਹੁਣ ਤੁਸੀਂ ਕਰਨਾ ਕੀ ਹੈ? ਹਾਂਜੀ, ਅਸੀਂ ਕੱਲ੍ਹ ਹੀ ਸਾਡੇ ਲੀਡਰ ਰੇਚਲ ਨੋਟਲੀ ਨੇ $1.2 ਬਿਲੀਅਨ ਕੈਲਗਰੀ ਵਾਸਤੇ ਅਨਾਉਂਸ ਕੀਤਾ। ਉਹਦੇ ਵਿੱਚ ਉਹਨਾਂ ਨੇ 40 ਸਕੂਲ ਬਣਾਉਣ ਤੇ ਮਾਡਰਨਾਈਜ਼ ਕਰਨ ਦੀ ਗੱਲ ਕੀਤੀ ਹੈ। ਉਹਦੇ ਵਿੱਚ ਕਮਿਊਨਿਟੀਜ਼ ਜਿਹੜੀਆਂ ਨਾਰਥ ਈਸਟ ਦੀਆਂ ਇਨਕਲੂਡ ਕੀਤੀਆਂ ਗਈਆਂ। ਸੋ ਇਸ ਲਈ ਇਹ ਸਾਡਾ ਲੋਕਾਂ ਦੇ ਨਾਲ ਪ੍ਰੋਮਿਸ ਅੱਜ ਦਾ ਨਹੀਂ, ਇਹ ਨਹੀਂ ਕਿ ਅੱਜ ਇਲੈਕਸ਼ਨ ਆ ਗਈ। ਅਸੀਂ 3 ਮਹੀਨੇ ਪਹਿਲਾਂ ਵੀ ਸਾਡੇ ਲੀਡਰ ਰੇਚਲ ਨੋਟਲੀ ਆਏ ਸੀ, ਨਾਰਥ ਈਸਟ ਅਨਾਉਂਸਮੈਂਟ ਕਰਕੇ ਗਏ ਸੀ। ਪਿਛਲੇ ਸਾਲ ਉਹਨਾਂ ਨੇ ਜੂਨ ਜੁਲਾਈ ਦੇ ਵਿੱਚ ਇਹ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਅਸੀਂ ਨਾਰਥ ਈਸਟ ਨੂੰ ਇਗਨੋਰ ਨਹੀਂ ਕੀਤਾ ਜਾਊਗਾ, ਨਾਰਥ ਈਸਟ ਦੇ ਵਿੱਚ ਜਿਹੜੇ ਹੋਰ ਨਵੇਂ ਸਕੂਲ ਆ ਉਹ ਬਣਾਏ ਜਾਣਗੇ। ਸੋ ਇਹ ਸਾਡਾ ਆਲਰੇਡੀ ਪ੍ਰੋਮਿਸ ਹੈ। ਕਿਉਂਕਿ ਆਲਰੇਡੀ ਇੱਥੇ ਹੁਣ ਕਿੰਨੇ ਸਕੂਲ ਆ, ਜਿਹੜਾ ਤੁਹਾਡੇ ਸਮੇਂ ਦੇ ਵਿੱਚ ਇੱਕ ਸਕੂਲ ਸ਼ੁਰੂ ਹੋਇਆ ਸੀ ਉਹ ਕੰਪਲੀਟ ਹੋ ਗਿਆ, ਤੇ ਉਸ ਤੋਂ ਬਾਅਦ ਇੱਕੋ ਸਕੂਲ ਹੋਰ ਆਇਆ, ਜੇ ਮੈਂ ਗਲਤ ਨਹੀਂ ਤਾਂ ਯੂਸੀਪੀ ਦੀ ਸਰਕਾਰ ਦੇ ਵਿੱਚ। ਹਾਂ, ਉਸ ਤੋਂ ਬਾਅਦ ਤੁਸੀਂ ਯੂਸੀਪੀ ਦੀ ਗੱਲ ਕਰ ਰਹੇ ਹੋ? ਹਾਂ, ਜਿਹੜਾ ਸਕੂਲ ਤੁਹਾਡੇ ਟਾਈਮ ਦੇ ਵਿੱਚ ਤੁਸੀਂ ਅਨਾਉਂਸ ਕੀਤਾ ਸੀ ਉਹਨਾਂ ਦੇ ਟਾਈਮ ਦੇ ਵਿੱਚ ਬਣਿਆ, ਤੇ ਉਸ ਤੋਂ ਬਾਅਦ ਇੱਕੋ ਸਕੂਲ ਹੈ। ਉਸ ਤੋਂ ਬਾਅਦ ਕੋਈ ਵੀ ਸਕੂਲ ਨਹੀਂ ਆਇਆ ਜੀ। ਜਿਹੜੇ 2 ਸਕੂਲ ਸਕਾਈ ਵਿਊ ਦੇ ਵਿੱਚ ਆ, ਉਹ ਦੋਨੋਂ ਸਕੂਲ ਜਿਹੜੇ ਆ ਉਹ ਐਨਡੀਪੀ ਦੇ ਬਣਾਏ ਸੀ। ਇੱਕ ਕੈਥੋਲਿਕ ਸੀਗਾ, ਦੂਸਰਾ ਪਬਲਿਕ, ਜਿਹੜਾ ਹੁਣ ਕੰਸਟਰਕਸ਼ਨ ਕੰਪਲੀਟ ਹੋ ਚੁੱਕੀ ਹੈ, ਤੇ ਉਹ ਬਣਿਆ ਇਸ ਟਾਈਮ ਦੇ ਵਿੱਚ ਆ। ਲੇਕਿਨ ਉਹ ਅਨਾਉਂਸ ਤੇ ਉਹਦੀ ਫੰਡਿੰਗ ਜਿਹੜੀ ਆ ਉਸ ਵੇਲੇ 2018 ਦੇ ਵਿੱਚ ਹੋ ਗਈ। ਹੁਣ ਜਿਹੜੇ 40 ਸਕੂਲ ਨੇ ਉਹਨਾਂ ਦੇ ਵਿੱਚੋਂ ਕੀ ਤੁਹਾਡਾ ਹੈਗੀ ਕੋਈ ਗੱਲਬਾਤ ਪਾਰਟੀ ਦੇ ਨਾਲ ਤਾਂ ਹੋਈ ਹੋਣੀ ਕਿ ਇਸ ਏਰੀਏ ਦੇ ਵਿੱਚ ਕੀ ਸਕੂਲ, ਕਿੰਨੇ ਸਕੂਲ ਆ ਜਾਣੇ 40 ਦੇ ਵਿੱਚੋਂ? ਹਾਂਜੀ, ਇਸ ਏਰੀਏ ਦੇ ਵਿੱਚ ਜਿਹੜੇ
ਰੈੱਡਸਟੋਨ ਦੇ ਵਿੱਚ ਅਨਾਉਂਸ ਅਸੀਂ ਆਲਰੇਡੀ ਕਮਿਟਮੈਂਟ ਕਰ ਚੁੱਕੇ ਹਾਂ ਔਰ ਦੂਸਰਾ ਕਾਰਨਰਸਟੋਨ ਦਾ ਹਾਈ ਸਕੂਲ ਜਿਹੜਾ ਉਹਦੇ ਵਿੱਚ ਉਹ ਆਲਰੇਡੀ ਸੀਬੀ ਦੀ ਲਿਸਟ ਦੇ ਉੱਤੇ ਹੈਗਾ। ਸੋ ਅਸੀਂ ਸੀਬੀ ਦੀ ਲਿਸਟ ਦੇ ਉੱਤੇ ਜਿਹੜੇ ਪ੍ਰਾਇੋਰਟੀ ਬੇਸਡ ਸਕੂਲ ਆ ਅਸੀਂ ਉਹਨਾਂ ਦੀ ਸਾਰੀ ਜਿਹੜੀ ਫੰਡਿੰਗ ਆ ਅਸੀਂ ਉਹਨਾਂ ਦੀ ਪ੍ਰੋਮਿਸ ਕੀਤੀ ਹੈ ਕਿ 1.2 ਬਿਲੀਅਨ ਦੇ ਵਿੱਚ 40 ਜਿਹੜੇ ਨਵੇਂ ਸਕੂਲ ਆ ਉਹ ਅਸੀਂ ਪ੍ਰੋਮਿਸ ਕੀਤੇ ਆ ਔਰ ਉਹਦੇ ਵਿੱਚ ਡੈਫੀਨੇਟਲੀ ਕੈਲਗਰੀ ਨਾਰਥ ਈਸਟ ਇਨਕਲੂਡਡ। ਤੇ ਇੱਕ ਬੜਾ ਵੱਡਾ ਜਿਹੜਾ ਹੁਣ ਤੁਹਾਡੀ ਪਾਰਟੀ ਦਾ ਵੀ ਮੈਂ ਸੁਣ ਰਿਹਾ ਸੀ ਕਿ ਉਹਨਾਂ ਨੇ ਅਨਾਉਂਸ ਕੀਤਾ ਜਿਹੜਾ ਗੜੇਮਾਰੀ ਦੌਰਾਨ ਘਰਾਂ ਦਾ ਨੁਕਸਾਨ ਹੋਇਆ, ਤੇ ਉਹਦੇ ਲਈ ਤੁਸੀਂ ਤੁਹਾਡੀ ਪਾਰਟੀ ਕੀ ਦੇਣ ਜਾ ਰਹੀ ਹੈ ਇਨ ਫਿਊਚਰ? ਹਾਂਜੀ, ਜਿਹੜਾ ਗੜੇਮਾਰੀ ਹੋਈ ਸੀਗੀ ਉਹਦੇ ਵਿੱਚ ਪਹਿਲੀ ਤਾਂ ਗੱਲ ਕਿ ਯੂਸੀਪੀ ਨੇ ਬਿਲਕੁਲ ਨਾਰਥ ਈਸਟ ਨੂੰ ਇਗਨੋਰ ਕੀਤਾ ਸੀਗਾ। ਨਾਰਥ ਈਸਟ ਦੀ ਆਵਾਜ਼ ਜਿਹੜੀ ਲੋਕਾਂ ਨੇ ਇੱਥੋਂ ਦੇ ਐਮਐਲਏ ਚੁਣ ਕੇ ਭੇਜੇ ਸੀਗੇ ਕਿ ਤੁਸੀਂ ਸਾਡੀ ਆਵਾਜ਼ ਐਡਮਿੰਟਨ ਪਹੁੰਚਾਓ, ਉਲਟਾ ਉਹ ਯੂਸੀਪੀ ਦੀ ਆਵਾਜ਼ ਨਾਰਥ ਈਸਟ ਦੇ ਵਿੱਚ ਲੈ ਕੇ ਪਹੁੰਚਾਉਂਦੇ ਰਹੇ ਕਿ ਜੀ ਉਹਨਾਂ ਨੇ ਬਹੁਤ ਡਿਲੇ ਕੀਤਾ ਉਹਨੂੰ ਨੈਚੁਰਲ ਡਿਜ਼ਾਸਟਰ ਡਿਕਲੇਅਰ ਕਰਨ ਦੇ ਵਿੱਚ। ਐਨਡੀਪੀ ਦੇ ਐਮਐਲਏ ਇਰਫਾਨ ਸਾਬਰ ਸੀਗੇ, ਅਸੀਂ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ, ਫਿਰ ਕਿਤੇ ਜਾ ਕੇ ਉਹਨਾਂ ਨੇ ਪ੍ਰੈਸ਼ਰ ਅਧੀਨ ਆ ਕੇ ਉਹਨੂੰ ਡਿਕਲੇਅਰ ਕੀਤਾ, ਲੇਕਿਨ ਮਦਦ ਕੋਈ ਨਹੀਂ ਕੀਤੀ। ਸੋ ਕਹਿਣ ਦਾ ਭਾਵ ਇਹ ਹੈ ਜੀ ਕਿ ਅਸੀਂ ਪ੍ਰੋਮਿਸ ਕੀਤਾ ਕਿ ਥੋੜਾ ਸਿਟੀ ਨੇ ਸਟੈਪ ਅਪ ਕੀਤਾ ਸੀ। ਥੋੜਾ ਬੈਕਗਰਾਉਂਡ ਦੱਸਦੇ ਹਾਂ ਕਿ ਸਿਟੀ ਨੇ ਸਟੈਪ ਅਪ ਕੀਤਾ ਸੀ ਕਿ ਅਸੀਂ ਲੋਕਾਂ ਦੀ ਹੈਲਪ ਕਰਦੇ ਹਾਂ, ਪਰ ਕਿਉਂਕਿ ਸਿਟੀ ਇੱਕ ਸਮਾਲ ਗਵਰਨਮੈਂਟ ਆ, ਉਹਦੇ ਕੋਲ ਇੰਨੇ ਰਿਸੋਰਸ ਨਹੀਂ ਹੁੰਦੇ ਕਿ ਉਹ ਲੋਕਾਂ ਨੂੰ ਸਾਰੀ ਨਾਰਥ ਈਸਟ ਨੂੰ ਹੈਲਪ ਪ੍ਰੋਵਾਈਡ ਕਰ ਸਕੇ। ਅਸੀਂ ਇਹ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਬਣਦੀ ਆ ਔਰ ਅਸੀਂ ਇਹ ਦੁਬਾਰਾ ਰੀਟਰੀਟ ਕੀਤਾ ਆਪਦਾ ਪ੍ਰੋਮਿਸ ਕਿ ਜੇ ਸਾਡੀ ਹੁਣ ਸਰਕਾਰ ਬਣਦੀ ਆ ਤਾਂ ਜਿਹੜੇ 1500-1700 ਘਰ ਜਿਹੜੇ ਉਸ ਵੇਲੇ ਰਹਿ ਗਏ ਸੀਗੇ ਅਸੀਂ ਉਹਨਾਂ ਨੂੰ $3000 ਦੇ ਕੇ ਤਾਂ ਕਿ ਉਹ ਹੇਲ ਰੈਜ਼ਿਸਟੈਂਟ ਮਟੀਰੀਅਲ ਦੇ ਨਾਲ ਆਪਣੀ ਜਿਹੜੀ ਰੂਫ ਆ ਉਹ ਬਣਾ ਸਕਣ। ਅਸੀਂ ਇਹ ਆਪਣੇ ਵੱਲੋਂ ਇਹ ਸਿਟੀ ਦੇ ਨਾਲ ਮਿਲ ਕੇ ਪ੍ਰੋਗਰਾਮ ਹਾਂਜੀ ਇਹ ਪ੍ਰੋਗਰਾਮ ਕਿਉਂਕਿ ਆਲਰੇਡੀ ਇੱਕ ਪ੍ਰੋਗਰਾਮ ਹੈਗਾ ਵੀ ਹੈ। ਹਾਂਜੀ, ਉਹਦੇ ਵਿੱਚ ਇਹ ਸਿਟੀ ਨੇ ਆਖਿਆ ਸੀ ਕਿ ਸਾਡੇ ਕੋਲ ਰਿਸੋਰਸ ਨਹੀਂ ਹੈ, ਸਾਨੂੰ ਪ੍ਰੋਵਿੰਸ ਹੈਲਪ ਕਰੇ। ਸੋ ਅਸੀਂ ਡੈਫੀਨੇਟਲੀ ਸਿਟੀ ਦੇ ਨਾਲ ਮਿਲ ਕੇ ਤੇ ਇਹ ਪ੍ਰੋਗਰਾਮ ਰਨ ਕਰਾਂਗੇ। ਤੇ ਗੁਰਿੰਦਰ ਜੀ, ਇੱਕ ਜਿਹੜਾ ਕ੍ਰਾਈਮ ਦਾ ਬੜਾ ਵੱਡਾ ਮੁੱਦਾ ਇਸ ਟਾਈਮ ਹੈਗਾ ਨਾਰਥ ਈਸਟ ਦੇ ਵਿੱਚ ਕਵਾਂ ਜਾਂ ਓਵਰਆਲ ਸਾਰੇ ਪਾਸੇ ਵੀ ਹੈਗਾ, ਤੇ ਇਹਦੇ ਲਈ ਤੁਹਾਡੀ ਪਾਰਟੀ ਕਰੂਗੀ? ਦੇਖੋ, ਜਿਹੜਾ ਕ੍ਰਾਈਮ ਦਾ ਇਸ਼ੂ ਹੈ ਜੀ, ਕ੍ਰਾਈਮ ਦੇ ਵਿੱਚ ਇਹ ਹੈ ਕਿ ਜਿਹੜੀ ਪ੍ਰੋਵਿੰਸ ਆ ਉਹਨੇ ਯੂਸੀਪੀ ਹੈ ਜਿਹੜੀ ਉਹਨੇ ਕੱਟ ਲਾਇਆ ਹੈਲਥ ਦੇ ਤੇ ਸਿਟੀ ਆਫ ਕੈਲਗਰੀ ਦੀ ਫੰਡਿੰਗ ਤੇ ਮਿਊਨਿਸਪਲ ਫੰਡਿੰਗ ਦੇ ਉੱਤੇ। ਮੈਂ ਜੇ ਗਲਤ ਨਹੀਂ ਕਹਿ ਰਿਹਾ, ਮੈਂ ਅਗੇਨ ਫਿਗਰ ਮੇਰਾ ਸ਼ਾਇਦ ਗਲਤ ਵੀ ਹੋ ਸਕਦਾ, ਪਰ ਮੇਰੇ ਹਿਸਾਬ ਦੇ ਨਾਲ ਤਕਰੀਬਨ 10 ਮਿਲੀਅਨ ਦਾ ਇੰਪੈਕਟ ਹੋਇਆ ਸਿਟੀ ਆਫ ਕੈਲਗਰੀ ਨੂੰ। ਤੇ ਉਹਦੇ ਕਰਕੇ ਜਿਹੜਾ ਸਿਟੀ ਕੋਲ ਰਿਸੋਰਸ ਨਹੀਂ ਰਹੇ ਪੁਲਿਸ ਨੂੰ ਫੰਡ ਕਰਨ ਦੇ ਲਈ, ਸੋਸ਼ਲ ਪ੍ਰੋਗਰਾਮ, ਸੋਸ਼ਲ ਵਰਕਰ ਆ ਜਿਹੜੇ ਉਹਨਾਂ ਨੂੰ ਫੰਡ ਕਰਨ ਦੇ ਲਈ। ਅਸੀਂ ਇਹ ਕਮਿਟਮੈਂਟ ਕੀਤੀ ਹੈ ਕਿ 150 ਨਵੇਂ ਪੁਲਿਸ ਆਫੀਸਰ ਤੇ 150 ਨਵੇਂ ਸੋਸ਼ਲ ਵਰਕਰ, ਕਿਉਂਕਿ ਇਸ ਕ੍ਰਾਈਮ ਨੂੰ ਰੋਕਣ ਦੇ ਦੋ ਤਰੀਕੇ ਆ। ਇੱਕ ਤਾਂ ਕ੍ਰਾਈਮ ਹੋਵੇ ਹੀ ਨਾ, ਕਿ ਦੂਸਰਾ ਇਹ ਕਿ ਕ੍ਰਾਈਮ ਜੇ ਹੋ ਗਿਆ ਤਾਂ ਉਹਨੂੰ ਠੱਲ ਪਾਉਣ ਲਈ, ਕਿ ਉਸ ਤੋਂ ਅੱਗੇ ਨਾ ਵਧੇ, ਉਹਨੂੰ ਠੱਲ ਪਾਉਣ ਲਈ ਸਾਨੂੰ ਪੁਲਿਸ ਦੀ ਲੋੜ ਪੈਂਦੀ ਹੈ। ਕੱਲਾ ਇੱਕ ਚੀਜ਼ ਨਹੀਂ ਕ੍ਰਾਈਮ, ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਪੁਲਿਸ ਬੰਦ ਕਰ ਦਿਓ ਤੇ ਕੱਲਾ ਸੋਸ਼ਲ ਵਰਕਰ ਕ੍ਰਾਈਮ ਰੋਕ ਲਏਗਾ, ਜਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਇੱਕ ਪਾਸੇ ਦੇ ਦਿਓ ਤੇ ਦੂਸਰੇ ਪਾਸੇ ਕੁਝ ਹੋਵੇ ਹੀ ਨਾ। ਸੋ ਅਸੀਂ ਬੈਲੈਂਸ ਰੱਖਣਾ ਚਾਹੁੰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਡੀਸੈਂਟ ਪ੍ਰੋਗਰਾਮ ਹੋਣੇ ਚਾਹੀਦੇ ਜਿਹਦੇ ਨਾਲ ਕ੍ਰਾਈਮ ਰੁਕ ਸਕੇ, ਲੇਕਿਨ ਜੇ ਕ੍ਰਾਈਮ ਹੋ ਗਿਆ ਤੇ ਫਿਰ ਕ੍ਰਾਈਮ ਨੂੰ ਰੋਕਣ ਲਈ ਪੁਲਿਸ ਹੋਵੇ ਔਰ ਉਹਨਾਂ ਕੋਲ ਰਿਸੋਰਸ ਹੋਣ, ਉਹਨਾਂ ਕੋਲੇ ਇਨਫ ਲੋਕ ਹੋਣ ਕਿ ਉਹ ਐਕਚੁਅਲ ਕੰਮ ਕਰ ਸਕਣ। ਮੈਂ ਆਮ ਤੌਰ ਤੇ ਰੈੱਡਸਟੋਨ ਦੇ ਵਿੱਚ, ਕਾਰਨਰਸਟੋਨ ਦੇ ਵਿੱਚ ਲੋਕਾਂ ਨੂੰ ਮਿਲਦਾ, ਉਹ ਕਹਿ ਦਿੰਦੇ ਕਿ ਜੀ ਅਸੀਂ ਕਾਲ ਕਰੀ ਦੀ ਆ ਪੁਲਿਸ, ਉਹ ਕਹਿ ਦਿੰਦੇ ਸਾਡੇ ਕੋਲ ਤਾਂ ਮਤਲਬ ਬੰਦੇ ਹੀ ਹੈ ਨਹੀਂ, ਅਸੀਂ ਕਿਹਨੂੰ ਭੇਜੀਏ, ਸਾਡੇ ਕੋਲ ਡਿਸਪੈਚ ਕਰਨ ਨੂੰ ਕੋਈ ਨਹੀਂ। ਬਹੁਤ ਆਮ ਲੋਕਾਂ ਦਾ ਇਸ਼ੂ ਹੈ ਇਹ, ਔਰ ਉਹ ਚੀਜ਼ ਜਿਹੜੀ ਹੈ ਉਹਨੂੰ ਰੋਕਣ ਦੇ ਲਈ, ਪੁਲਿਸ ਨੂੰ ਹੋਰ ਫੰਡ ਕਰਨ ਦੇ ਲਈ, ਸੋਸ਼ਲ ਪ੍ਰੋਗਰਾਮਸ ਨੂੰ ਹੋਰ ਫੰਡ ਕਰਨ ਦੇ ਲਈ ਅਸੀਂ 150 ਨਵੇਂ ਪੁਲਿਸ ਆਫੀਸਰ ਤੇ 150 ਨਵੇਂ ਸੋਸ਼ਲ ਵਰਕਰ ਅਸੀਂ ਹਾਇਰ ਕਰਾਂਗੇ। ਔਰ ਜੇ ਤੁਸੀਂ ਕੰਪੇਅਰ ਕਰੋ ਇਹਨੂੰ ਯੂਸੀਪੀ ਦੇ ਨਾਲ, ਕਿ ਯੂਸੀਪੀ ਦੇ ਜਿਹੜੇ ਕੈਂਡੀਡੇਟ ਜਾਂ ਐਮਐਲਏ ਆ ਉਹ ਕਹਿ ਰਹੇ ਆ ਕਿ ਜੀ ਕ੍ਰਾਈਮ ਬੜਾ ਵੱਧ ਗਿਆ, ਕ੍ਰਾਈਮ ਬੜਾ ਵੱਧ ਗਿਆ। ਇਹ ਤਾਂ ਸਾਨੂੰ ਵੀ ਪਤਾ ਜੀ ਕਿ ਕ੍ਰਾਈਮ ਵੱਧ ਗਿਆ। ਉਹ ਇਸ ਤਰੀਕੇ ਨਾਲ ਗੱਲ ਕਰ ਰਹੇ ਜਿਵੇਂ ਸਰਕਾਰ ਕਿਸੇ ਹੋਰ ਦੀ ਹੋਵੇ। ਸਰਕਾਰ ਦੇ ਵਿੱਚ ਉਹ ਆਪ ਬੈਠੇ ਆ ਤੇ ਇਹ ਉਹਨਾਂ ਦਾ ਫਰਜ਼ ਬਣਦਾ ਦੱਸਣਾ ਕਿ ਕ੍ਰਾਈਮ ਕਿਉਂ ਵੱਧ ਗਿਆ। ਔਰ ਉਹਨਾਂ ਦੇ ਪ੍ਰੀਮੀਅਰ ਆ ਜਿਹੜੇ ਉਹਨਾਂ ਦੇ ਲੀਡਰ ਆ ਡੈਨੀਅਲ ਸਮਿਥ, ਉਹ ਆਰਥਰ ਪਲਵੋਸਕੀ ਜਿਹੜਾ ਕ੍ਰਿਮੀਨਲ ਚਾਰਜ ਫੇਸ ਕਰ ਰਿਹਾ, ਜਿਹੜਾ ਹੁਣ ਕਸੂਰਵਾਰ ਵੀ ਪਾਇਆ ਜਾ ਚੁੱਕਾ, ਉਹਦੇ ਨਾਲ 11 ਮਿੰਟ ਫੋਨ ਕਾਲ ਦੇ ਉੱਤੇ ਹੈ। ਇੱਕ ਉਹ ਲੀਡਰ ਹੈ ਯੂਸੀਪੀ ਦਾ ਜਿਹੜਾ ਕ੍ਰਿਮੀਨਲ ਲੋਕਾਂ ਦੇ ਨਾਲ 11 ਮਿੰਟ ਦੀ ਕਾਲ ਤੇ ਉਹਨਾਂ ਨੂੰ ਇਹ ਕਹਿ ਰਿਹਾ ਕਿ ਅਸੀਂ ਤੁਹਾਡੇ ਜਿਹੜੇ ਚਾਰजेस ਆ ਨਾ ਉਹ ਕਰਾਊਨ ਪ੍ਰੋਸੀਕਿਊਟਰਸ ਦੇ ਨਾਲ ਗੱਲ ਕਰਕੇ ਡ੍ਰੌਪ ਕਰਵਾ ਦਾਂਗੇ। ਸਾਨੂੰ ਇੱਕ ਇਹੋ ਜਿਹਾ ਲੀਡਰ ਚਾਹੀਦਾ, ਕਿ ਸਾਨੂੰ ਰੇਚਲ ਨੋਟਲੀ ਵਰਗਾ ਲੀਡਰ ਚਾਹੀਦਾ ਜਿਹੜਾ ਕਿਸੇ ਨਾਲ ਕਾਲ ਤੇ ਹੋਣਾ ਤਾਂ ਦੂਰ ਦੀ ਗੱਲ, ਸ਼ਾਇਦ ਸੋਚੇ ਵੀ ਨਾ ਕਿ ਉਹ ਫੋਨ ਕਿਸੇ ਦੇ ਨਾਲ ਇਹੋ ਜਿਹੇ ਕ੍ਰਿਮੀਨਲ ਇਨਸਾਨ ਦੇ ਨਾਲ ਕਰੇ। ਆਰਥਰ ਪਲਵੋਸਕੀ, ਸ਼ਾਇਦ ਜੇ ਕਿਸੇ ਨੂੰ ਨਹੀਂ ਪਤਾ ਮੈਂ ਦੱਸ ਦੇਣਾ ਚਾਹੁੰਦਾ ਕਿ ਕੂਟਸ ਦੇ ਉੱਤੇ ਬਲੌਕੇਡ ਹੋਇਆ ਸੀਗਾ, ਜਿਹਦੇ ਵਿੱਚ ਸਾਡੇ ਬਹੁਤ ਸਾਰੇ ਆਪਣੇ ਭਾਈਚਾਰੇ ਦੇ ਟਰੱਕ ਡਰਾਈਵਰ ਆ ਜਿਹੜੇ ਵੀਰ ਆ ਸਾਡੇ, ਉਹ ਫਸ ਗਏ ਸੀਗੇ ਦੂਸਰੇ US ਵਾਲੀ ਸਾਈਡ। ਤੇ ਆਰਥਰ ਪਲਵੋਸਕੀ ਉੱਥੇ ਜਿਹੜੇ ਲੋਕ ਸੀਗੇ ਜਿਹੜੇ ਉਹ ਕਰ ਰਹੇ ਸੀਗੇ ਉਹਨਾਂ ਨੂੰ ਪ੍ਰੋਵੋਕ ਕਰ ਰਿਹਾ ਸੀਗਾ, ਉਹਨਾਂ ਨੂੰ ਉਹਨਾਂ ਦੇ ਨਾਲ ਸ਼ਾਮਲ ਸੀਗਾ, ਔਰ ਜਿਹੜੇ ਪੁਲਿਸ ਆਫੀਸਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨਾਂ ਨੂੰ ਉਹ ਗੈਂਗਸਟਰ ਕਹਿ ਰਿਹਾ ਸੀਗਾ। ਸੋ ਸਾਨੂੰ ਇਹੋ ਜਿਹਾ ਲੀਡਰ ਨਹੀਂ ਚਾਹੀਦਾ ਜਿਹੜਾ ਇਹੋ ਜਿਹੇ ਕ੍ਰਿਮੀਨਲ ਲੋਕਾਂ ਦੇ ਨਾਲ, ਜਿਹੜੇ
ਕਸੂਰਵਾਰ ਪਾਏ ਗਏ ਹੋਣ ਉਹਨਾਂ ਦੇ ਨਾਲ 11 ਮਿੰਟ ਫੋਨ ਤੇ ਹੋਵੇ, ਉਹਨਾਂ ਨੂੰ ਇਹ ਕਹਿੰਦਾ ਹੋਵੇ ਕਿ ਤੁਹਾਡੇ ਕ੍ਰਿਮੀਨਲ ਚਾਰਜ ਮੈਂ ਡ੍ਰੌਪ ਕਰਵਾ ਦੂੰ, ਤੇ ਉਹ ਅੱਗੋਂ ਆ ਕੇ ਸਾਨੂੰ ਕਵੇ ਕਿ ਅਸੀਂ ਕ੍ਰਾਈਮ ਰੋਕ ਦਿਆਂਗੇ। ਅਸੀਂ ਉਹਨਾਂ ਤੇ ਕਿਵੇਂ ਭਰੋਸਾ ਕਰ ਸਕਦੇ ਹਾਂ ਕਿ ਉਹ ਕ੍ਰਾਈਮ ਰੋਕਣਗੇ? ਕ੍ਰਾਈਮ ਰੋਕਣ ਲਈ ਸਾਨੂੰ ਇੱਕ ਡੀਸੈਂਟ, ਸਟੇਬਲ, ਕੰਪੀਟੈਂਟ ਤੇ ਇੱਕ ਟਰਸਟਵਰਦੀ ਲੀਡਰ ਚਾਹੀਦਾ, ਰੇਚਲ ਨੋਟਲੀ ਵਰਗਾ, ਜਿਹੜਾ 150 ਪੁਲਿਸ ਆਫੀਸਰ, 150 ਸੋਸ਼ਲ ਵਰਕਰ ਹਾਇਰ ਕਰਨ ਦੀ ਗੱਲ ਕਰੇ, ਜਿਹੜਾ ਕ੍ਰਿਮੀਨਲ ਦੇ ਨਾਲ ਫੋਨ ਕਾਲ ਤੋਂ ਹਜ਼ਾਰਾਂ ਮੀਲ ਦੂਰ ਰਵੇ ਤੇ ਆਪਣੀ ਗਵਰਨੈਂਸ ਤੇ ਧਿਆਨ ਦੇਵੇ, ਤੇ ਜਸਟਿਸ ਸਿਸਟਮ ਨੂੰ ਤੇ ਐਗਜ਼ੈਕਟਿਵ ਸਿਸਟਮ ਨੂੰ, ਜਿਹੜਾ ਐਗਜ਼ੈਕਟਿਵ ਕਾਉਂਸਲ ਆ, ਉਹਨੂੰ ਅਲੱਗ-ਅਲੱਗ ਰੱਖੇ। ਗਵਰਨੈਂਸ ਨੂੰ ਤੇ ਜਸਟਿਸ ਸਿਸਟਮ ਦੇ ਵਿੱਚ ਮਲਗੋਭਾ ਨਾ ਹੋਵੇ, ਉਹ ਅਲੱਗ-ਅਲੱਗ ਰਵੇ, ਇੰਡੀਪੈਂਡੈਂਟ ਹੋਵੇ ਜੁਡੀਸ਼ਰੀ। ਤੇ ਗੁਰਿੰਦਰ ਜੀ, ਕਿ ਜਿਹੜਾ ਹੈਲਥ ਦਾ ਕ੍ਰਾਈਸਿਸ ਹੈ ਬੜਾ ਵੱਡਾ ਆ, ਓਵਰਆਲ ਆ, ਅਲਬਰਟਾ ਵਾਈਜ਼ ਆ ਜਾਂ ਕੈਨੇਡਾ ਵਾਈਜ਼ ਕਹ ਲਓ, ਕੀ ਤੁਹਾਡੀ ਪਾਰਟੀ ਕੀ ਲੈ ਕੇ ਆ ਰਹੀ ਹੈ ਤੇ ਕੀ ਰੋਡ ਮੈਪ ਕੀ ਰਹਿਣ ਵਾਲਾ ਹੈਲਥ ਦੇ ਉੱਪਰ? ਹਾਂਜੀ, ਹੈਲਥ ਦੇ ਉੱਤੇ ਅਸੀਂ 2-3 ਅਨਾਉਂਸਮੈਂਟਸ ਕੀਤੀਆਂ ਵੀ ਆ, ਕਰ ਵੀ ਰਹੇ ਹਾਂ। ਸਭ ਤੋਂ ਇੰਪੋਰਟੈਂਟ ਜਿਹੜੀ ਆ ਉਹ ਅਲਬਰਟਾ ਹੈਲਥ ਟੀਮਸ ਸਾਡਾ ਕਨਸੈਪਟ ਹੈ ਕਿ ਕਮਿਊਨਿਟੀਜ਼ ਦੇ ਵਿੱਚ ਜਿਹੜੇ ਆ ਨਾ ਸਾਰੇ ਰਿਸੋਰਸ ਜਿਹੜੇ ਆ, ਡਾਕਟਰ, ਸਾਈਕੈਟਰਿਸਟ, ਮੈਂਟਲ ਹੈਲਥ ਕਲੀਨਿਕਸ ਤੇ ਉਹ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਇਕੱਠੀਆਂ ਹੋਣ। ਉਹਦੀ ਉਦਾਹਰਨ ਜੇ ਮੈਂ ਦੇਵਾਂ ਤਾਂ ਕਰੋਫੋਰਟ ਮੈਡੀਕਲ ਸੈਂਟਰ ਹੈਗਾ ਇੱਕ, ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਇੱਕ ਜਗ੍ਹਾ ਤੇ ਪ੍ਰੋਵਾਈਡ ਕਰਦਾ ਔਰ ਬੜਾ ਸਕਸੈਸਫੁਲ ਮਾਡਲ ਆ ਉਹ। ਅਸੀਂ ਉਸ ਮਾਡਲ ਨੂੰ ਯੂਜ਼ ਕਰਕੇ 40 ਨਵੇਂ ਹੋਰ ਕਲੀਨਿਕ ਅਲਬਰਟਾ ਹੈਲਥ ਟੀਮਸ ਪ੍ਰੋਗਰਾਮ ਦੇ ਅਧੀਨ ਅਸੀਂ ਸੈਟਅਪ ਕਰਾਂਗੇ, ਔਰ ਉਹਦੇ ਨਾਲ ਸਾਡਾ ਇਹ ਵਾਅਦਾ ਹੈ ਕਿ ਅਸੀਂ 1 ਮਿਲੀਅਨ ਜਿਹੜੇ ਹੋਰ ਅਲਬਰਟਨਸ ਆ ਉਹਨਾਂ ਨੂੰ ਹਸਪੀਟਲਸ ਦੇ ਨਾਲ, ਡਾਕਟਰਸ ਦੇ ਨਾਲ ਕਨੈਕਟ ਕਰਵਾਵਾਂਗੇ। ਦੂਸਰੀ ਗੱਲ ਇਹ ਹੈ ਕਿ ਜਿਹੜੇ ਫਰੰਟ ਲਾਈਨ ਵਰਕਰ ਹੈ ਜਿਹੜੇ ਹਸਪੀਟਲ ਦੇ ਵਿੱਚ, ਚਾਹੇ ਉਹ ਨਰਸਿਸ ਹੈ, ਡਾਕਟਰਸ ਹੈ ਜਾਂ ਜਿਹੜੇ ਹੋਰ ਮੈਡੀਕਲ ਪ੍ਰੋਫੈਸ਼ਨਲ ਹੈ, ਅਸੀਂ ਉਹਨਾਂ ਨੂੰ ਹੋਰ ਰਿਸੋਰਸ ਦਈਏ, ਅਸੀਂ ਉਹਨਾਂ ਨੂੰ ਫੰਡਿੰਗ ਦਈਏ, ਹਸਪੀਟਲਸ ਨੂੰ, ਹੈਲਥ ਕੇਅਰ ਸਿਸਟਮ ਨੂੰ, ਕਿ ਉਹ ਜਿਹੜਾ ਐਮਰਜੈਂਸੀ ਵੇਟ ਟਾਈਮ ਘੱਟ ਸਕੇ, ਐਂਬੂਲੈਂਸ ਵੇਟ ਟਾਈਮ ਘੱਟ ਸਕੇ, ਚਿਲਡਰਨ ਹਸਪੀਟਲ ਦੇ ਵਿੱਚ 13-13 ਘੰਟੇ ਦੀ ਵੇਟ ਆ ਉਹ ਥੱਲੇ ਆ ਸਕੇ। ਸੋ ਤੀਸਰੀ ਗੱਲ, ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ, ਜੇ ਮੈਂ ਆਪਣੀ ਨਾਰਥ ਈਸਟ ਦੀ ਗੱਲ ਹੀ ਕਰਾਂ ਤਾਂ ਬਹੁਤ ਸਾਰੇ ਫੋਰਨ ਟ੍ਰੇਨਡ ਨਰਸਿਸ ਹੈ, ਬਹੁਤ ਸਾਰੇ ਫੋਰਨ ਟ੍ਰੇਨਡ ਮੈਡੀਕਲ ਪ੍ਰੋਫੈਸ਼ਨਲ ਆ ਜਿਹੜੇ ਆਪਣੇ ਕੰਮ ਨੂੰ ਛੱਡ ਕੇ ਹੋਰ ਕਿਤੇ ਕੰਮ ਕਰ ਰਹੇ ਆ, ਕਿਉਂਕਿ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਜਾਂ ਕ੍ਰੈਡੈਂਸ਼ੀਅਲ ਹੈ ਉਹ ਰੈਕਗਨਾਈਜ਼ ਨਹੀਂ ਹੋ ਪਾ ਰਹੇ। UCP ਨੇ 2019 ਦੀ ਇਲੈਕਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਇਹਦੇ ਤੇ ਕੰਮ ਕਰਾਂਗੇ। 4 ਸਾਲ ਬੀਤ ਗਏ, ਉਹਨਾਂ ਨੇ ਕੋਈ ਵੀ ਇਹਦੇ ਉੱਤੇ ਕੰਮ ਨਹੀਂ ਕੀਤਾ। ਅਸੀਂ ਇਹ ਕਮਿਟਮੈਂਟ ਕਰਦੇ ਹਾਂ ਕਿ ਅਸੀਂ ਕਾਲਜ ਆਫ ਫਿਜ਼ੀਸ਼ੀਅਨਸ ਜਾਂ ਜਿਹੜੇ ਹੋਰ ਮੈਡੀਕਲ ਪ੍ਰੋਫੈਸ਼ਨਲ ਰੈਗੂਲੇਟਰੀ ਬੋਡੀਜ਼ ਹੈ, ਅਸੀਂ ਉਹਨਾਂ ਦੇ ਨਾਲ ਮਿਲ ਕੇ, ਅਸੀਂ ਉਹਨਾਂ ਦੇ ਨਾਲ ਰਲ ਕੇ ਕੰਮ ਕਰਕੇ ਜਿਹੜੇ ਫੋਰਨ ਕ੍ਰੈਡੈਂਸ਼ੀਅਲ ਆ ਉਹਨਾਂ ਨੂੰ ਰੈਕਗਨਾਈਜ਼ ਕਰਨ ਦੇ ਉੱਤੇ ਕੰਮ ਕਰਾਂਗੇ, ਔਰ ਉਹਨਾਂ ਦਾ ਇੱਕ ਸਮੂਥ ਪ੍ਰੋਸੈਸ ਜਿਹੜਾ ਇੱਕ ਕ੍ਰੀਏਟ ਕਰਾਂਗੇ ਤਾਂ ਕਿ ਉਹ ਈਜ਼ਲੀ ਮੈਡੀਕਲ ਜਿਹੜਾ ਫੀਲਡ ਆ ਉਹਦੇ ਵਿੱਚ ਉਹ ਆਪਣੀ ਨੌਕਰੀ ਕਰ ਸਕਣ, ਕਿਉਂਕਿ ਉਹਦੇ ਲਈ ਟ੍ਰੇਨਡ ਹੋਏ ਨੇ, ਉਹਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਉਹਨਾਂ ਦੀ ਸਕਿੱਲਸ ਨੂੰ, ਅਸੀਂ ਉਹਨਾਂ ਦੇ ਜਿਹੜਾ ਉਹਨਾਂ ਦਾ ਤਜਰਬਾ ਹੈ, ਅਸੀਂ ਉਹਨੂੰ ਯੂਟਿਲਾਈਜ਼ ਕਰਨਾ ਚਾਹੁੰਦੇ ਹਾਂ ਅਲਬਰਟਾ ਦੇ ਵਿੱਚ। ਤੇ ਇੱਕ ਗੁਰਿੰਦਰ ਜੀ, ਜਿਹੜਾ ਹੁਣ ਸਾਡੇ ਜਿਹੜੇ ਇਸ ਏਰੀਏ ਦੇ ਵਿੱਚ, ਨਾਰਥ ਈਸਟ ਦੇ ਵਿੱਚ, ਤੁਹਾਡਾ ਏਰੀਆ ਕਹ ਲਓ ਜਾਂ ਪੂਰਾ ਨਾਰਥ ਈਸਟ ਦੀ ਗੱਲ ਕਰ ਲਈਏ, ਤਾਂ ਸਾਡੇ ਭਾਈਚਾਰੇ ਦੇ ਲੋਕ ਜਾਂ ਹੋਰ ਕਮਿਊਨਿਟੀਆਂ ਬਹੁਤ ਜ਼ਿਆਦਾ ਵੱਧ ਰਹੀਆਂ, ਤੇ ਇਹਦੇ ਵਿੱਚ ਇਹ ਹੋ ਗਿਆ ਕਿ ਹੁਣ ਜਿੱਦਾਂ ਜਿਹੜੀ ਸਾਡੀ ਪਪੂਲਰ ਗੇਮ ਕ੍ਰਿਕਟ ਹੈ ਜਾਂ ਕਬੱਡੀ ਹੈ, ਬੱਚੇ ਇੱਧਰਲੇ ਪਾਸੇ ਨੂੰ ਬਹੁਤ ਜਾ ਰਹੇ ਨੇ। ਇਹਦੇ ਲਈ ਸਪੋਰਟਸ ਦੇ ਲਈ ਤੁਸੀਂ ਕੀ ਕਰ ਰਹੇ ਹੋ, ਕੀ ਪਲਾਨ ਹੈ ਤੁਹਾਡਾ? ਹਾਂਜੀ, ਇਹਦੇ ਬਾਰੇ ਅਸੀਂ ਅਨਾਉਂਸਮੈਂਟ ਕੀਤੀ ਹੈ $175 ਮਿਲੀਅਨ ਦੀ ਅਲਬਰਟਾ ਹੋਮ ਟਾਊਨ ਪ੍ਰੋਗਰਾਮ ਦੀ, ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ $175 ਮਿਲੀਅਨ ਦੀ ਇਨਵੈਸਟਮੈਂਟ ਕਰਾਂਗੇ, ਜਿਹਦੇ ਵਿੱਚ ਖਾਸ ਕਰਕੇ ਜੇ ਮੈਂ ਇਸ ਰਾਈਡਿੰਗ ਦੀ ਵੀ ਗੱਲ ਕਰਾਂ, ਆਪਾਂ ਵੈਸੇ ਪੂਰੇ ਨਾਰਥ ਈਸਟ ਦੀ ਗੱਲ ਕਰਾਂਗੇ, ਪਰ ਜੇ ਮੈਂ ਇਸ ਰਾਈਡਿੰਗ ਦੀ ਗੱਲ ਕਰਾਂ, ਇਹਦੇ ਵਿੱਚ ਕੋਈ ਰੀਕ੍ਰੀਏਸ਼ਨ ਸੈਂਟਰ ਨਹੀਂ ਹੈ, ਕੋਈ ਸੀਨੀਅਰ ਸੈਂਟਰ ਨਹੀਂ ਹੈ, ਕੋਈ ਕਮਿਊਨਿਟੀ ਸੈਂਟਰ ਨਹੀਂ ਹੈ। ਵੈਸੇ ਬਹੁਤੇ ਮਸਲੇ ਇਹ ਸਿਟੀ ਦੇ ਨਾਲ ਮਿਲ ਕੇ ਹੋਣ ਵਾਲੇ ਆ। ਬਿਲਕੁਲ, ਹਾਂਜੀ, ਉਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਇਹ ਹੈ ਕਿ ਪ੍ਰੋਵਿੰਸ ਸਟੈਪ ਅਪ ਕਰੇ। ਜਦੋਂ ਮੈਂ ਤੁਹਾਨੂੰ, ਆਪਾਂ ਗੜੇਮਾਰੀ ਦੀ ਗੱਲ ਕਰਦੇ ਦੌਰਾਨ ਵੀ ਦੱਸਿਆ ਸੀ ਕਿ ਸਿਟੀ ਇੱਕ ਛੋਟੀ ਗਵਰਨਮੈਂਟ ਹੈ, ਸਿਟੀ ਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਜਿੰਨੇ ਪ੍ਰੋਵਿੰਸ਼ੀਅਲ ਸਰਕਾਰ ਕੋਲੇ ਹੁੰਦੇ ਆ। ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ $175 ਮਿਲੀਅਨ ਦੇ ਨਾਲ ਅਸੀਂ ਇਨਵੈਸਟ ਕਰਕੇ ਪਾਰਕਾਂ ਦੇ ਹਾਲਾਤ ਸੁਧਾਰਨ ਦੀ ਲੋੜ ਹੈ, ਨਵੇਂ ਸੀਨੀਅਰ ਸੈਂਟਰ, ਰੀਕ੍ਰੀਏਸ਼ਨ ਸੈਂਟਰ ਬਣਾਉਣ ਦੀ ਲੋੜ ਹੈ। ਔਰ ਤੁਸੀਂ ਸਪੋਰਟਸ ਦੀ ਗੱਲ ਕੀਤੀ ਹੈ ਤਾਂ ਅਸੀਂ ਕਮਿਟ ਕੀਤਾ ਹੈ ਕਿ ਅਸੀਂ ਹਾਕੀ, ਫੀਲਡ ਹਾਕੀ ਦੇ ਜਿਹੜੇ ਨਵੇਂ ਗਰਾਊਂਡ ਆ ਉਹ ਤਿਆਰ ਕਰਾਂਗੇ। ਮੈਂ ਖੁਦ ਆਪ ਫੀਲਡ ਹਾਕੀ ਖੇਡਦਾ ਵੀ ਰਿਹਾ ਤੇ ਮੈਂ ਇੱਥੇ ਵੀ ਕਲੱਬਸ ਦਾ ਮੈਂਬਰ ਰਿਹਾ ਫੀਲਡ ਹਾਕੀ ਦੇ ਦਾ, ਤੇ ਇਸ ਲਈ ਇਹ ਚੀਜ਼ ਮੇਰੇ ਬਹੁਤ ਨੇੜੇ ਆ, ਔਰ ਮੈਂ ਇਸ ਚੀਜ਼ ਦੇ ਉੱਤੇ ਕਾਫੀ ਲੰਮੇ ਸਮੇਂ ਤੋਂ ਐਡਵੋਕੇਟ ਵੀ ਕਰਦਾ ਰਿਹਾ ਇਸ ਚੀਜ਼ ਨੂੰ, ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਹੈ। ਕਬੱਡੀ ਦੇ ਟੂਰਨਾਮੈਂਟ ਅਸੀਂ ਕਰਾਉਂਦੇ ਹਾਂ, ਕਬੱਡੀ ਦਾ ਕੋਈ ਫੀਲਡ ਨਹੀਂ ਹੁੰਦਾ, ਅਸੀਂ ਹਮੇਸ਼ਾ ਜਿੰਨੇ ਵੀ ਕਲੱਬ ਕਰਾਉਂਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਵਿਚਾਰੇ ਸਟਰਗਲ ਕਰ ਰਹੇ ਹੁੰਦੇ ਆ। ਸੋ ਸਾਨੂੰ ਕਬੱਡੀ ਦੇ ਜਿਹੜੇ ਫੀਲਡ ਆ ਉਹ ਚਾਹੀਦੇ ਆ, ਸਾਨੂੰ ਫੀਲਡ ਹਾਕੀ ਦੇ ਫੀਲਡ ਚਾਹੀਦੇ ਆ, ਸਾਨੂੰ ਕ੍ਰਿਕਟ ਦੀਆਂ ਪਿੱਚਸ ਇੱਥੇ ਸਿਟੀਸਕੇਪ ਦੇ ਵਿੱਚ ਹਨ, ਲੇਕਿਨ ਉਹ ਪਿੱਚ ਤਾਂ ਠੀਕ ਬਣ ਜਾਂਦੀ ਕਈ ਵਾਰੀ, ਪਰ ਪ੍ਰੋਪਰ ਗਰਾਊਂਡ ਨਹੀਂ ਬਣ ਪਾਉਂਦਾ। ਸੋ ਅਸੀਂ ਇਹ ਕਮਿਟ ਕੀਤਾ ਕਿ ਉਸ $175 ਮਿਲੀਅਨ ਦਾ ਜਿਹੜਾ
ਅਲਬਰਟਾ ਹੋਮ ਟਾਊਨ ਪ੍ਰੋਗਰਾਮ ਆ, ਉਹਦੇ ਅਧੀਨ ਅਸੀਂ ਫੀਲਡ ਹਾਕੀ, ਕ੍ਰਿਕਟ, ਕਬੱਡੀ ਜਾਂ ਹੋਰ ਜਿਹੜੀਆਂ ਲੋਕਲ ਸਪੋਰਟਸ ਆ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ। ਹਾਕੀ ਜਿਹੜੀ ਆਈਸ ਹਾਕੀ ਆ ਉਹਦੇ ਰਿੰਕਸ ਕਮਿਊਨਿਟੀਜ਼ ਦੇ ਵਿੱਚ, ਇੱਕ ਰੈਡਸਟੋਨ ਦੇ ਵਿੱਚ ਕਮਿਊਨਿਟੀ ਦੇ ਲੋਕਾਂ ਨੇ ਆਪ ਬਣਾਇਆ, ਤੇ ਇਹਦਾ ਮਤਲਬ ਲੋਕ ਚਾਹੁੰਦੇ ਨੇ ਕਿ ਇਹੋ ਜਿਹੀ ਇਨਵੈਸਟਮੈਂਟ ਹੋਵੇ। ਅਸੀਂ ਉਹਨਾਂ ਲੋਕਾਂ ਦੇ ਨਾਲ ਮਿਲ ਕੇ, ਸਿਟੀ ਦੇ ਨਾਲ ਮਿਲ ਕੇ, ਜਿਹੜੀ ਵੀ ਅਥਾਰਟੀਜ਼ ਆ ਉਹਨਾਂ ਦੇ ਨਾਲ ਮਿਲ ਕੇ ਇਹ ਚੀਜ਼ਾਂ 'ਚ ਇਨਵੈਸਟਮੈਂਟ ਤੇ ਕਰਾਂਗੇ। ਇੱਕ ਗੁਰਿੰਦਰ ਜੀ, ਜਿਹੜਾ ਇੰਸ਼ੋਰੈਂਸ ਵਾਲਾ ਆ, ਉਹ ਚਾਹੇ ਘਰਾਂ ਦੀ ਇੰਸ਼ੋਰੈਂਸ ਹੈ, ਗੱਡੀਆਂ ਦੀ ਇੰਸ਼ੋਰੈਂਸ ਹੈ, ਜਾਂ ਕਹ ਲਓ ਟਰੱਕਿੰਗ ਵਾਲਾ ਵੀ ਇੱਕ ਮਾਮਲਾ ਵਿੱਚ ਸੀਗਾ, ਤੇ ਤੁਹਾਡੇ ਸਮੇਂ ਦੇ ਵਿੱਚ ਪਿਛਲੀ ਸਰਕਾਰ ਕੈਪ ਸੀ, ਉਸ ਤੋਂ ਬਾਅਦ ਕੈਪ ਚੱਕ ਦਿੱਤਾ ਗਿਆ, ਦੁਬਾਰਾ ਫਿਰ ਕੈਪ ਕਰ ਦਿੱਤਾ ਗਿਆ। ਇਹਦੇ ਉੱਪਰ ਕਿਸ ਤਰ੍ਹਾਂ ਦੀ ਹੁਣ ਪਲੈਨਿੰਗ ਆ ਪਾਰਟੀ ਦੀ? ਹਾਂਜੀ, ਇਹਦੇ ਉੱਤੇ future ਅਸੀਂ ਦੇ ਵਿੱਚ? ਆਲਰੇਡੀ ਕਮਿਟ ਕਰ ਚੁੱਕੇ ਹਾਂ ਕਿ ਜਿਹੜਾ ਪਹਿਲੀ ਤਾਂ ਗੱਲ ਕੈਪ ਚੱਕਣਾ ਹੀ ਗਲਤ ਸੀ ਕਿ UCP ਨੇ ਜਿਹੜਾ ਕੈਪ ਖਤਮ ਕੀਤਾ, ਚਾਹੇ ਉਹ ਟਿਊਸ਼ਨ ਕਾਸਟ ਹੋਵੇ ਯੂਨੀਵਰਸਿਟੀਆਂ ਦੀ, ਚਾਹੇ ਉਹ ਕਾਰਾਂ ਦੀ ਇੰਸ਼ੋਰੈਂਸ ਹੋਵੇ, ਚਾਹੇ ਉਹ ਯੂਟਿਲਿਟੀ ਬਿੱਲ ਦੀ ਆਪਾਂ ਗੱਲ ਕਰ ਲਈਏ, ਇਹਨਾਂ ਸਾਰਿਆਂ ਦੇ ਉੱਤੇ UCP ਨੇ ਕੈਪ ਚੱਕਿਆ। ਔਰ ਉਹ ਕੈਪ ਚੱਕਣਾ ਸਰਾਸਰ ਗਲਤ ਸੀ। ਉਹ ਬਿਲਕੁਲ ਠੀਕ ਚੱਲ ਰਿਹਾ ਸੀ, ਇੱਕ ਅਫੋਰਡੇਬਲ ਲਾਈਫ ਸੀ ਲੋਕਾਂ ਦੀ। ਅਸੀਂ ਇਹ ਕਮਿਟਮੈਂਟ ਕੀਤੀ ਹੈ ਕਿ ਅਸੀਂ ਇਹ ਪ੍ਰਾਈਸ ਕੰਟਰੋਲ ਕਰਾਂਗੇ ਇਹਨਾਂ ਚੀਜ਼ਾਂ ਦੇ, ਔਰ ਇਹਨਾਂ ਨੂੰ ਡੈਫੀਨੇਟਲੀ ਵਾਪਸ ਕੈਪ ਕਰਾਂਗੇ। ਜਿਹੜੀ ਟਿਊਸ਼ਨ ਕਾਸਟ ਆ ਉਹਨੂੰ ਅਸੀਂ ਰੋਲ ਬੈਕ ਕਰਾਂਗੇ ਔਰ ਉਹਨੂੰ ਦੁਬਾਰਾ ਫਰੀਜ਼ ਕਰਾਂਗੇ ਅਗਲੇ 4 ਸਾਲ ਦੇ ਲਈ। ਸੋ ਇਹ ਸਾਡੀ ਫਰਮ ਕਮਿਟਮੈਂਟ ਆ, ਅਸੀਂ ਪਹਿਲੇ ਦਿਨ ਤੋਂ ਹੀ ਇਸ ਦੇ ਉੱਤੇ ਕਮਿਟਡ ਹਾਂ ਕਰਨ ਦੇ ਲਈ। ਤੇ ਇਸ ਏਰੀਏ ਦੇ ਵਿੱਚੋਂ ਜਾਂ ਇਸ ਰਾਈਡਿੰਗ ਦੇ ਵਿੱਚੋਂ ਪਹਿਲਾਂ ਮਿਨਿਸਟਰ ਰਹੇ ਰਾਜਨ ਸਾਹਨੀ, ਤੇ ਅੱਜ ਕੱਲ੍ਹ ਉਹ ਕਿਸੇ ਹੋਰ ਰਾਈਡਿੰਗ ਤੋਂ ਲੜ ਰਹੇ, ਉਹਨਾਂ ਦਾ ਟਾਈਮ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਦੇਖੋ, ਮੈਂ ਨਿੱਜੀ ਤੌਰ ਤੇ ਤਾਂ ਨਹੀਂ ਕਿਸੇ ਦੇ ਬਾਰੇ ਕੁਝ ਕਹਿ ਸਕਦਾ, ਪਰ ਮੈਨੂੰ ਐਂ ਲੱਗਦਾ ਕਿ UCP ਨੇ ਇਸ ਰਾਈਡਿੰਗ ਨੂੰ, ਨਾਰਥ ਈਸਟ ਨੂੰ ਇਗਨੋਰ ਕੀਤਾ, ਇਹਨੂੰ ਅਬੈਂਡਨ ਕੀਤਾ, ਔਰ ਕਈ ਜਗ੍ਹਾ ਤੇ ਇਹਦੀ ਇਨਸਲਟ ਵੀ ਕੀਤੀ ਹੈ। ਇਨਸਲਟ ਇਸ ਤਰੀਕੇ ਨਾਲ ਕੀਤੀ ਹੈ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਸੀ ਜਿਹੜੇ ਟਰੱਕ ਚਲਾ ਰਹੇ ਸੀ ਘਰਾਂ। ਉਸ ਵੇਲੇ ਸਾਰੀ ਦੁਨੀਆ ਖੜ ਗਈ ਸੀ, ਲੇਕਿਨ ਲੋਕਾਂ ਦੇ ਘਰਾਂ 'ਚ ਰੋਟੀ ਪਹੁੰਚਾਉਣ ਦਾ, ਖਾਣਾ ਪਹੁੰਚਾਉਣ ਦਾ ਕੰਮ ਟਰੱਕਾਂ ਵਾਲੇ ਵੀਰ ਕਰ ਰਹੇ ਸੀ। ਉਸ ਵੇਲੇ ਸਕਿਪ ਦਾ ਡਿਸ਼ ਬਹੁਤ ਜ਼ਿਆਦਾ ਪਪੂਲਰ ਹੋ ਗਈ ਸੀ, ਜਾਂ ਡੋਰ ਡੈਸ਼ ਜਾਂ ਜਿਹੜੀਆਂ ਉਬਰ ਈਟਸ, ਇਹੋ ਜਿਹੀਆਂ ਜਿਹੜੀਆਂ ਕੰਪਨੀਜ਼ ਆ ਉਹ ਕੰਮ ਕਰ ਰਹੇ ਸੀਗੇ ਆਪਣੇ ਲੋਕ ਉਹਦੇ ਵਿੱਚ। ਟੈਕਸੀ ਇੰਡਸਟਰੀ ਦੇ ਵਿੱਚ ਸਾਡੇ ਲੋਕ ਕੰਮ ਕਰ ਰਹੇ ਸੀ, ਨਰਸਿੰਗ ਦੇ ਵਿੱਚ, ਫਰੰਟ ਲਾਈਨ ਹੈਲਥ ਕੇਅਰ ਸਰਵਿਸ ਦੇ ਵਿੱਚ ਸਾਡੇ ਲੋਕ ਫਰੰਟ ਲਾਈਨ ਤੇ ਹੋ ਕੇ ਕੰਮ ਕਰ ਰਹੇ ਸੀ। ਅਨਫੋਰਚੂਨੇਟ ਗੱਲ ਇਹ ਸੀ ਕਿ ਉਸ ਵੇਲੇ UCP ਦੇ ਲੀਡਰ ਤੇ ਪ੍ਰੀਮੀਅਰ ਜੇਸਨ ਕੈਨੀ ਰੈਡ FM ਤੇ ਆ ਕੇ ਇਹ ਕਹਿ ਕੇ ਗਏ ਕਿ ਸਾਊਥ ਏਸ਼ੀਅਨ ਕਮਿਊਨਿਟੀ ਹੈ ਜਿਹੜੀ ਉਹ ਕੋਵਿਡ ਫੈਲਾ ਰਹੀ। ਮੈਂ ਸਮਝਦਾ ਕਿ ਇਸ ਤੋਂ ਵੱਧ ਬੇਇੱਜ਼ਤੀ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਇਹ ਸਰਾਸਰ ਗਲਤ ਸੀ। ਔਰ ਇਸ ਤੋਂ ਵੀ ਸ਼ਰਮਨਾਕ ਗੱਲ ਇਹ ਸੀ ਕਿ ਸਾਡੇ 3 ਰਾਈਡਿੰਗਾਂ ਦੇ ਵਿੱਚ ਇੱਕ 'ਚ ਇਰਫਾਨ ਸਾਬਰ ਸੀਗੇ, ਬਾਕੀ 2 ਰਾਈਡਿੰਗਾਂ 'ਚ UCP ਦੇ MLA ਸੀ। ਇਹਨਾਂ ਦੋਨਾਂ UCP ਦੇ MLAs ਨੇ ਇੱਕ ਲਫ਼ਜ਼ ਨਹੀਂ ਇਹਨਾਂ ਦੇ ਮੂੰਹੋਂ ਨਿਕਲਿਆ ਕਿ ਅਸੀਂ ਆਪਦੇ ਭਾਈਚਾਰੇ ਦੇ ਨਾਲ ਖੜੇ ਹਾਂ। ਔਰ ਮੈਂ ਸਮਝਦਾ ਕਿ ਇਹਦਾ ਮਤਲਬ ਇਹ ਹੋਇਆ ਕਿ ਇਹ ਆਪਦੀ UCP ਦੇ ਨਾਲ ਖੜੇ ਸੀ, ਨਾ ਕਿ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਸੀ ਉਹਨਾਂ ਦੇ ਨਾਲ ਖੜੇ ਸੀ। ਔਰ ਨਾਰਥ ਈਸਟ ਦੇ ਆਮ ਲੋਕ ਇਹ ਕਹਿ ਦਿੰਦੇ ਆ, ਤੁਸੀਂ ਮੇਰੇ ਤੋਂ ਬਿਨਾਂ ਵੀ ਪਾਰਟੀ ਲਾਈਨਸ ਤੋਂ ਅਕ੍ਰੋਸ ਤੁਸੀਂ ਕਿਸੇ ਨੂੰ ਜਾ ਕੇ ਪੁੱਛੋ, ਉਹ ਇਹ ਕਹਿ ਦਿੰਦੇ ਆ ਕਿ ਜੀ ਨਾਰਥ ਈਸਟ ਤਾਂ ਇਗਨੋਰ ਕੀਤਾ ਜਾਂਦਾ, ਨਾਰਥ ਈਸਟ ਇਗਨੋਰ ਕੀਤਾ ਜਾਂਦਾ ਹਮੇਸ਼ਾ ਸਾਰੀਆਂ ਸਰਕਾਰਾਂ ਦੇ ਵੱਲੋਂ। ਅਸੀਂ ਇਹ ਸਮਝਦੇ ਹਾਂ ਕਿ UCP ਨੇ ਪਿਛਲੇ 4 ਸਾਲ ਦੇ ਦੌਰਾਨ ਇਸ ਨਾਰਥ ਈਸਟ ਨੂੰ ਸਕੂਲਾਂ ਵਾਲੇ ਮਾਮਲੇ ਤੇ ਇਗਨੋਰ ਕੀਤਾ, ਇਹਦੀ ਰਿਸਪੈਕਟ ਕਰਨ ਦੇ ਵਿੱਚ ਇਹਨੂੰ ਇਗਨੋਰ ਕੀਤਾ। ਔਰ ਹੁਣ ਜਦੋਂ ਇਲੈਕਸ਼ਨ ਲੜਨ ਦੀ ਵਾਰੀ ਆਈ, ਹੁਣ ਤਾਂ ਇਸ ਨੂੰ ਅਬੈਂਡਨ ਹੀ ਕਰ ਚੁੱਕੇ ਆ ਉਹ। ਹੁਣ ਇੱਥੇ ਤੁਸੀਂ ਦੇਖ ਰਹੇ ਹੋ ਕਿ UCP ਨੇ ਪੂਰੇ ਨਾਰਥ ਈਸਟ ਕੁਆਡਰੈਂਟ ਦੀ, ਜੇ ਮੈਂ ਗੱਲ ਕਰ ਲਵਾਂ ਕੱਲੀ ਰਾਈਡਿੰਗ ਦੀ ਨਾ ਕਰਕੇ, ਕੋਈ ਵੀ ਇੱਕ ਅਨਾਉਂਸਮੈਂਟ ਜਿਹੜੀ ਇਸ ਲੋਕਾਂ ਦੀ ਮਦਦ ਕਰਦੀ ਹੋਵੇ, ਕੋਈ ਇੱਕ ਅਨਾਉਂਸਮੈਂਟ ਉਹਨਾਂ ਨੇ ਨਹੀਂ ਕੀਤੀ ਕਿ ਅਸੀਂ ਨਾਰਥ ਈਸਟ ਦੇ ਵਿੱਚ ਇਹ ਕਰਾਂਗੇ। ਉਹਨਾਂ ਨੇ ਇੱਥੋਂ ਤੱਕ ਕਿ ਇੰਨਾ ਸਕੂਲ ਦਾ ਇਸ਼ੂ ਆ, ਉਹਨਾਂ ਨੇ ਸਕੂਲ ਵੀ ਕਮਿਟ ਨਹੀਂ ਕੀਤਾ। ਜਿਹੜੇ 2 ਸਕੂਲ ਉਹ ਕਹਿ ਰਹੇ ਆ ਕਿ ਅਸੀਂ ਬਜਟ 'ਚ ਪਾਏ ਆ, ਉਹ ਦੋਨੇ ਸਕੂਲ ਇੱਕ ਪ੍ਰੀ ਪਲੈਨਿੰਗ ਫੇਸ ਦੇ ਵਿੱਚ ਆ, ਇੱਕ ਪਲੈਨਿੰਗ ਫੇਸ ਦੇ ਵਿੱਚ। ਔਰ ਉਹ UCP ਨੂੰ ਖੁਦ ਨੂੰ ਆਪ ਨੂੰ ਨਹੀਂ ਪਤਾ ਕਿ ਪ੍ਰੀ ਪਲੈਨਿੰਗ ਕੀ ਚੀਜ਼ ਆ ਔਰ ਪਲੈਨਿੰਗ ਕੀ ਚੀਜ਼ ਹੈ। ਅਸੀਂ ਇਹ ਸਮਝਦੇ ਹਾਂ ਕਿ $0 ਫੰਡਿੰਗ ਦੇ ਕੇ ਕਿਸੇ ਵੀ ਪ੍ਰੋਜੈਕਟ ਨੂੰ ਤੁਸੀਂ ਪ੍ਰੀ ਪਲੈਨਿੰਗ ਜਾਂ ਪਲੈਨਿੰਗ ਫੇਸ 'ਚ ਪਾ ਲਓ, ਫਿਰ ਉਸ ਨੂੰ ਬਦਲ ਲਓ ਕਿ ਨਹੀਂ ਜੀ ਹੁਣ ਇਹ ਪ੍ਰੀ ਪਲੈਨਿੰਗ 'ਚ ਹੋ ਗਿਆ, ਇਹ ਪਲੈਨਿੰਗ 'ਚ ਹੋ ਗਿਆ। ਇਹ ਲਾਰੇ ਹੈ, ਇਹ ਕੰਮ ਨਹੀਂ ਹੈ। ਪੈਸਿਆਂ ਤੋਂ ਬਿਨਾਂ ਸਕੂਲ ਨਹੀਂ ਬਣਦੇ। ਕੰਸਟਰਕਸ਼ਨ ਫੰਡਿੰਗ, ਫੁੱਲ ਫੰਡਿੰਗ ਦੇਣੀ ਪਏਗੀ, ਫਿਰ ਕਿਤੇ ਸਕੂਲ ਬਣੂਗਾ। ਔਰ UCP ਇਹ ਸਭ ਤੱਕ ਕਿਉਂਕਿ ਉਹ ਜਾਂਦੇ ਜਾਂਦੇ ਇਹ ਕਹਿ ਗਏ ਆ ਵੀ ਅਸੀਂ ਸਕੂਲ ਉਹਦੇ ਲਈ ਫੰਡਿੰਗ ਵੀ ਦੇ ਗਏ ਹਾਂ, ਅਸੀਂ ਅਨਾਉਂਸ ਵੀ ਕਰ ਗਏ ਹਾਂ, ਸਭ ਕੁਝ ਡਨ ਕਰ ਗਏ ਹਾਂ। ਅਸੀਂ ਕਹਿੰਦੇ ਐਜੂਕੇਸ਼ਨ ਵਾਲਾ ਅਸੀਂ ਜਿਹੜਾ ਪ੍ਰੋਮਿਸ ਕੀਤਾ ਸੀ ਉਹ ਪੂਰਾ ਕਰ ਗਏ ਹਾਂ। ਤੁਸੀਂ ਉਹਨਾਂ ਦੀ ਵੈਬਸਾਈਟ ਤੇ, ਅਲਬਰਟਾ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਦੇਖੋ, ਇਹ ਸਕੂਲ ਜਿਹੜੇ ਆ ਪਲੈਨਿੰਗ ਤੇ ਪ੍ਰੀ ਪਲੈਨਿੰਗ ਫੇਸ ਦੇ ਵਿੱਚ ਹੈ। CBE ਦੀ ਤੁਸੀਂ ਲਿਸਟ ਕੱਢ ਕੇ ਦੇਖ ਲਓ, ਉਹ ਕਹਿ ਰਹੇ ਆ ਕਿ ਅਸੀਂ ਕੰਸਟਰਕਸ਼ਨ ਫੰਡਿੰਗ ਮੰਗ ਰਹੇ ਹਾਂ ਪ੍ਰੋਵਿੰਸ ਤੋਂ। CBE ਤਾਂ NDP ਨਹੀਂ ਹੈ, CBE ਤਾਂ ਕਿਸੇ ਪਾਰਟੀ ਦਾ ਨਹੀਂ, ਉਹ ਤਾਂ ਆਪਣੀ ਥਰਡ ਪਾਰਟੀ, ਮਾਫ ਕਰਨਾ,
ਇੱਕ ਡਿਫਰੈਂਟ ਲੈਵਲ ਆਫ ਗਵਰਨਮੈਂਟ ਆ, ਉਹ ਵੀ ਇੱਕ ਉਹ ਮੰਗ ਰਹੇ ਨੇ ਕਿ ਸਾਨੂੰ ਪੈਸੇ ਦਿਓ। ਜੇ ਇਹ ਕਹਿੰਦੇ ਆ ਕਿ ਅਸੀਂ ਪੈਸੇ ਦਿੱਤੇ ਤਾਂ ਫਿਰ ਉਹ CB ਕਿਉਂ ਕਹਿ ਰਿਹਾ ਕਿ ਸਾਨੂੰ ਪੈਸੇ ਦਿਓ? ਸੋ ਇਹ ਸਰਾਸਰ ਲੋਕਾਂ ਨੂੰ ਕਨਫਿਊਜ਼ ਕਰਨ ਦੀਆਂ ਗੱਲਾਂ ਕਰ ਰਹੇ ਕਿ ਪ੍ਰੀ ਪਲੈਨਿੰਗ ਇਹ ਉਹ, ਇਹਦੇ ਵਿੱਚ ਕੋਈ ਨਹੀਂ ਅਸਲੀਅਤ ਹੈ। ਅਸਲ ਦੇ ਵਿੱਚ ਸਕੂਲ ਦੀ ਕੰਸਟਰਕਸ਼ਨ ਫੰਡਿੰਗ ਦਿੱਤੇ ਤੋਂ ਬਿਨਾਂ ਸਕੂਲ ਨਹੀਂ ਬਣ ਲੱਗੇ। ਤੁਹਾਡੇ ਓਪੋਜਿਟ UCB ਨੇ ਆਪਣਾ ਕੈਂਡੀਡੇਟ ਬਦਲਿਆ, ਇਹ ਕੀ ਮਤਲਬ ਗੁਰਿੰਦਰ ਨੂੰ ਮਤਲਬ ਕੰਪੀਟੀਟਰ ਮੰਨਦੇ ਨਹੀਂ ਜਾਂ ਮਤਲਬ ਹਾਰਡ ਕੰਪੀਟੀਟਰ ਮੰਨਦੇ ਨੇ? ਹੁਣ ਆਪਦਾ ਕੈਂਡੀਡੇਟ ਸਟਰੋਂਗ ਲੈ ਕੇ ਆਏ ਨੇ ਜਾਂ ਸੌਫਟ ਲੈ ਕੇ ਆਏ ਨੇ? ਨਹੀਂ ਜੀ, ਮੈਂ ਕਹਿਣਾ ਕਿ ਮੈਂ ਨਿੱਜੀ ਤੌਰ ਤੇ ਮੈਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦਾ ਤੇ ਨਾ ਹੀ ਮੈਂ ਆਪਣੀ ਕੋਈ ਤਾਰੀਫ ਕਰਨੀ ਚਾਹੁੰਦਾ ਜਾਂ ਮੈਂ ਆਪਦੇ ਆਪ ਨੂੰ ਨੀਵਾਂ ਦਿਖਾਉਣਾ ਚਾਹੁੰਦਾ। ਇਹ ਦੂਸਰਾ ਇਹ ਆ ਕਿ ਇਹਦੇ ਵਿੱਚ ਗੁਰਿੰਦਰ ਮੈਟਰ ਨਹੀਂ ਕਰਦਾ, ਇਹਦੇ ਵਿੱਚ UCP ਦਾ ਕੈਂਡੀਡੇਟ ਮੈਟਰ ਨਹੀਂ ਕਰਦਾ, ਇਹਦੇ ਵਿੱਚ ਲੋਕ ਮੈਟਰ ਕਰਦੇ ਹਨ, ਲੋਕਾਂ ਦੇ ਇਸ਼ੂ ਮੈਟਰ ਕਰਦੇ ਹਨ। ਲੋਕਾਂ ਨੂੰ ਸਕੂਲ ਚਾਹੀਦੇ ਆ, ਮੈਂ ਉਹਦੇ ਤੇ ਫੋਕਸਡ ਹਾਂ। ਲੋਕਾਂ ਨੂੰ ਰੀਕ੍ਰੀਏਸ਼ਨ ਸੈਂਟਰ ਚਾਹੀਦਾ, ਮੈਂ ਉਹਦੇ ਤੇ ਫੋਕਸਡ ਹਾਂ। ਲੋਕਾਂ ਦੇ ਇੰਸ਼ੋਰੈਂਸ ਵਧੀਆ, ਮੈਂ ਉਹਦੇ ਤੇ ਕੰਮ ਕਰਨ ਲਈ ਤਿਆਰ ਹਾਂ, ਉਹਦੇ ਤੇ ਵਾਅਦਾ ਵੀ ਕੀਤਾ। ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਵਧੇ, ਅਸੀਂ ਉਹਦੇ ਤੇ ਕੰਮ ਕਰਨ ਲਈ ਤਿਆਰ ਹਾਂ। ਅਸੀਂ ਲੋਕਾਂ ਨੂੰ ਇੱਕ ਸਟੇਬਲ, ਕੰਪੀਟੈਂਟ ਤੇ ਇੱਕ ਜਿਹੜੀ ਟਰਸਟਵਰਦੀ ਗਵਰਨਮੈਂਟ ਦੇਣ ਦੇ ਵਚਨਬੱਧ ਹਾਂ। ਅਸੀਂ ਨਿੱਜੀ ਤੌਰ ਤੇ ਮੈਂ ਕਹਾਂ ਕਿ ਉਹ ਠੀਕ ਵੀ ਨਹੀਂ ਲੱਗਦਾ। ਨਹੀਂ, ਨਿੱਜੀ ਤੌਰ ਤੇ ਤਾਂ ਮੈਂ ਵੈਸੇ ਵੀ ਨਹੀਂ, ਚਲੋ ਮੈਂ ਤਾਂ ਪਾਰਟੀ ਦੀ ਇੱਕ ਪਾਲਿਸੀਆਂ ਦੀ ਗੱਲ ਤਾਂ ਹੈ ਵੀ ਜਦੋਂ ਕੈਂਡੀਡੇਟ ਉਤਾਰਦੇ ਤਾਂ ਕੀ ਦੇਖ ਕੇ ਉਤਾਰਦੇ ਨੇ। ਸੋ ਅਖੀਰ ਦੇ ਵਿੱਚ ਉਹ ਕੀ ਕਹਿਣਾ ਚਾਹੋਗੇ? ਆਖਰ ਦੇ ਵਿੱਚ ਮੈਂ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਪਿਛਲੇ 4 ਸਾਲ UCP ਦੀ ਸਰਕਾਰ ਦੇਖੀ ਤੇ 15 ਤੋਂ 19 ਤੱਕ ਤੁਸੀਂ NDP ਦੀ ਸਰਕਾਰ ਦੇਖੀ ਕਿ ਇੱਕ ਉਹ ਸਰਕਾਰ ਆ ਜਿਹਦੇ ਤੇ ਉਹ ਲੀਡਰ ਹੈ ਰੇਚਲ ਨੋਟਲੀ, ਜਿਹਦੇ ਤੇ ਭਰੋਸਾ ਕੀਤਾ ਜਾ ਸਕਦਾ। ਅਸੀਂ ਉਹਨਾਂ ਨਾਲ ਡਿਸਐਗਰੀ ਕਰ ਸਕਦੇ ਹਾਂ, ਅਸੀਂ ਸਾਡੇ ਘਰ ਦੇ ਵਿੱਚ ਵੀ 4 ਜੀ ਹੋਣ, ਸਾਡੇ ਵਿਚਾਰ ਨਹੀਂ ਮਿਲਦੇ ਹੁੰਦੇ ਕਈ ਵਾਰ, ਦੈਟਸ ਫਾਈਨ, ਪਰ ਅਸੀਂ ਉਹਨਾਂ ਤੇ ਭਰੋਸਾ ਕਰਦੇ ਹੁੰਦੇ ਹਾਂ। ਅਸੀਂ ਉਹਨਾਂ ਨੂੰ ਇਹ ਮੰਨਦੇ ਹੁੰਦੇ ਹਾਂ ਕਿ ਇੱਕ ਦੂਸਰੇ ਨੂੰ ਝੂਠ ਨਹੀਂ ਬੋਲਦੇ। ਜਿਹੜੇ ਰੇਚਲ ਨੋਟਲੀ ਹੈ ਸਾਡੇ ਲੀਡਰ ਆ, ਉਹ ਜੋ ਗੱਲ ਸਵੇਰੇ ਕਹਿੰਦੇ ਆ ਉਹ ਸ਼ਾਮ ਨੂੰ ਵੀ ਉਹੀ ਕਹਿੰਦੇ ਆ, ਔਰ ਜੋ ਸ਼ਾਮ ਨੂੰ ਸੋਚ ਰਹੇ ਹੁੰਦੇ ਆ ਸਵੇਰ ਵੀ ਉਹੀ ਕਹਿੰਦੇ ਆ। ਮੈਂ ਮਾਫੀ ਚਾਹੁੰਦਾ ਤੁਹਾਨੂੰ ਵਿੱਚ ਟੋਕਦਾ, ਪਰ ਮੈਨੂੰ ਇੱਕ ਜਵਾਬ ਦਿਓ। ਉਹ ਕਹਿੰਦੇ ਜੀ ਅਸੀਂ ਤਾਂ ਸਾਡੇ ਮਤਲਬ ਚਾਹੇ ਸਾਡਾ ਪ੍ਰੀਮੀਅਰ ਹੋਵੇ, ਚਾਹੇ ਪਾਰਟੀ ਪ੍ਰੈਜ਼ੀਡੈਂਟ ਹੋਵੇ, ਜੇ ਸਾਨੂੰ ਉਹ 'ਚ ਕਮੀ ਵੇਖੀ ਬਦਲ ਦਿੰਦੇ ਆ। ਪਰ ਤੁਹਾਡਾ ਲੰਮੇ ਸਮੇਂ ਤੋਂ ਉਹੀ ਚੱਲਿਆ ਆਉਂਦਾ, ਕੀ ਗੱਲ ਪਾਰਟੀ 'ਚ ਕੋਈ ਹੋਰ ਲੀਡਰ ਹੈ ਨਹੀਂ? ਨਹੀਂ, ਉਹੀ ਮੈਂ ਕਹਿ ਰਿਹਾ ਕਿ ਲੋਕ ਭਰੋਸਾ ਕਰਦੇ ਉਹਨਾਂ ਦੇ ਉੱਤੇ ਕਿ ਜਿੰਨਾ ਚਿਰ ਤੁਹਾਨੂੰ ਕਿਸੇ ਤੇ ਭਰੋਸਾ ਹੈ, ਤੁਹਾਨੂੰ ਬਦਲਣ ਦੀ ਕਿਹੜੀ ਲੋੜ ਹੈ। ਇਸੇ ਤਰ੍ਹਾਂ ਔਰ ਇਹ ਕਹਿੰਦੇ ਸੀ ਕਿ ਅਸੀਂ ਬਦਲ ਦਿੰਦੇ ਹਾਂ, ਔਰ ਬਦਲ ਕੇ ਕਿਹਨੂੰ ਲੈ ਕੇ ਆਏ? ਐਕਸਟ੍ਰੀਮ ਰਾਈਟ ਵਿੰਗ, ਉਸ ਇਨਸਾਨ ਨੂੰ, ਉਸ ਡੈਨੀਅਲ ਸਮਿਥ ਨੂੰ ਜਿਹੜੀ ਕ੍ਰਿਮੀਨਲ ਦੇ ਨਾਲ 11 ਮਿੰਟ ਫੋਨ ਕਾਲ ਤੇ। ਬਦਲਣ ਦਾ ਮਤਲਬ ਇਹ ਥੋੜੀ ਨਾ ਹੁੰਦਾ ਕਿ ਪਿਛਲੇ ਨੂੰ ਬਦਲ ਕੇ ਅਸੀਂ ਬਦਲ ਲਿਆ ਤਾਂ ਉਹ ਠੀਕ ਹੋ ਗਿਆ, ਉਹ ਤਾਂ ਉਸ ਤੋਂ ਵੀ ਮਾੜਾ ਲਿਆਂਦਾ। ਸਾਡੇ ਲੀਡਰ ਜਿਹੜੇ ਆ ਉਹ 2015 'ਚ ਵੀ ਉਹੀ ਜੋ ਗੱਲ ਕਹਿ ਰਹੇ ਸੀ ਉਹਦੇ ਤੇ ਖੜੇ ਰਹੇ, ਔਰ ਜੋ 2023 ਦੇ ਵਿੱਚ ਉਹ ਗੱਲ ਕਰ ਰਹੇ ਨੇ ਉਹਦੇ ਤੇ ਵੀ ਉਹ ਸਟੇਬਲ ਹੈ, ਉਹਦੇ ਤੇ ਲੋਕ ਉਹਨਾਂ ਤੇ ਭਰੋਸਾ ਕਰਦੇ। ਮੈਂ ਫਿਰ ਕਹਿਣਾ ਕਿ ਅਸੀਂ ਕਿਸੇ ਦੇ ਨਾਲ ਡਿਸਐਗਰੀ ਕਰ ਸਕਦੇ ਹਾਂ, ਇਹ ਡੈਮੋਕ੍ਰੇਸੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ, ਔਰ ਅਸੀਂ ਇਹਦੀ ਰਿਸਪੈਕਟ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਡਿਸਐਗਰੀ ਜ਼ਰੂਰ ਕਰੋ, ਅਸੀਂ ਟੇਬਲ ਤੇ ਬੈਠਦੇ ਹਾਂ, ਆਓ ਇਸ ਨੂੰ ਠੀਕ ਕਰੀਏ। ਪਰ ਇਹ ਨਹੀਂ ਹੈ ਕਿ ਸਵੇਰੇ ਅਸੀਂ ਕਵਾਂਗੇ ਕਿ ਹਸਪੀਟਲ ਵੇਚ ਦਾਂਗੇ, ਸ਼ਾਮ ਨੂੰ ਅਸੀਂ ਕਵਾਂਗੇ ਕਿ ਨਹੀਂ ਜੀ ਇਸ ਤਾਂ ਹੈਲਥ ਗਰੰਟੀ ਸਾਈਨ ਕਰਤੀ, ਅਸੀਂ ਨਹੀਂ ਵੇਚਣੀ। ਸਵੇਰੇ ਅਸੀਂ ਕਵਾਂਗੇ ਕਿ ਜਿਨ੍ਹਾਂ ਲੋਕਾਂ ਨੇ ਟੀਕੇ ਲਵਾਏ ਉਹ ਹਿਟਲਰ ਦੇ ਸਾਥੀ ਆ, ਉਹ ਨਾਜ਼ੀ ਹੈ, ਤੇ ਸ਼ਾਮ ਨੂੰ ਅਸੀਂ ਕਵਾਂਗੇ ਕਿ ਨਹੀਂ ਜੀ ਉਹ ਗਲਤ ਹੋ ਗਿਆ, ਅਸੀਂ ਇਹ ਠੀਕ ਨਹੀਂ ਹੈ। ਸੋ ਇੱਕ ਸਟੇਬਲ ਟਰਸਟਵਰਦੀ ਇਨਸਾਨ ਚਾਹੀਦਾ ਜਿਹੜਾ ਪ੍ਰੀਮੀਅਰ ਦੀ ਕੁਰਸੀ ਤੇ ਪ੍ਰੀਮੀਅਰ ਦੇ ਆਫਿਸ ਦੇ ਵਿੱਚ ਬੈਠਾ ਹੋਵੇ, ਜਿਹੜਾ ਲੋਕਾਂ ਦੀ ਗੱਲ ਕਰਦਾ ਹੋਵੇ। ਇਹ ਨਹੀਂ ਹੈ ਕਿ ਮੌਕਾ ਦੇਖ ਕੇ ਆਪਣੀ ਗੱਲ ਬਦਲ ਲਵੇ। ਸੋ ਮੈਂ ਫਿਰ ਉਹੀ ਬੇਨਤੀ ਕਰਦਾ ਕਿ ਤੁਸੀਂ ਉਸ ਲੀਡਰ ਨੂੰ ਚੁਣੋ ਜਿਹੜਾ ਇੰਸ਼ੋਰੈਂਸ ਕੰਟਰੋਲ ਕਰਨ ਦੀ ਗੱਲ ਕਰਦਾ ਹੋਵੇ, ਜਿਹੜਾ ਤੁਹਾਡੇ ਵੇਟ ਟਾਈਮ ਘਟਾਉਣ ਦੀ ਗੱਲ ਕਰ ਰਿਹਾ ਹੋਵੇ, ਜਿਹੜਾ ਤੁਹਾਡੀ ਕਾਰਾਂ ਦੀ ਇੰਸ਼ੋਰੈਂਸ ਯੂਟਿਲਿਟੀ ਬਿੱਲ ਕੰਟਰੋਲ ਦੀ ਗੱਲ ਕਰ ਰਿਹਾ ਹੋਵੇ, ਜਿਹੜਾ ਟਿਊਸ਼ਨ ਕਾਸਟ ਕੰਟਰੋਲ ਦੀ ਗੱਲ ਕਰ ਰਿਹਾ ਹੋਵੇ, ਜਿਹੜਾ ਇਕਨੋਮਿਕ ਡਾਈਵਰਸੀਫਿਕੇਸ਼ਨ ਦੀ ਗੱਲ ਕਰਦਾ ਹੋਵੇ, ਔਰ ਜਿਹੜਾ 47 ਤੋਂ 50,000 ਨਵੀਆਂ ਨੌਕਰੀਆਂ ਲੈ ਕੇ ਆਉਣ ਦੀ ਗੱਲ ਕਰਦਾ ਹੋਵੇ, ਜਿਹੜਾ ਕੈਲਗਰੀ ਨੂੰ $1.2 ਬਿਲੀਅਨ ਦੀ ਇਨਵੈਸਟਮੈਂਟ ਦੀ ਗੱਲ ਕਰਦਾ ਹੋਵੇ, ਜਿਹੜਾ $200 ਮਿਲੀਅਨ ਦਾ ਨਵਾਂ ਪੋਸਟ ਸੈਕੰਡਰੀ ਕੈਂਪਸ ਹੈ ਡਾਊਨਟਾਊਨ ਦੇ ਵਿੱਚ ਬਣਾਉਣ ਦੀ ਗੱਲ ਕਰ ਰਿਹਾ ਹੋਵੇ। ਸੋ ਸਾਡੇ ਲੀਡਰ ਰੇਚਲ ਨੋਟਲੀ ਆ, ਅਲਬਰਟਾ NDP ਨੂੰ ਤੁਸੀਂ ਵੋਟ ਪਾਓ, ਔਰ ਕੱਲੀ ਵੋਟ ਨਹੀਂ, ਮੈਂ ਸਮਝਦਾ ਕਿ ਤੁਸੀਂ ਇਸ ਦੇ ਹਿੱਸਾ ਬਣੋ, ਤੁਸੀਂ ਇਸ ਡੈਮੋਕ੍ਰੈਟਿਕ ਪ੍ਰੋਸੈਸ ਦੇ, ਇਸ ਪਾਰਟੀ ਦੇ ਆਸੇ-ਪਾਸੇ ਦੇ ਲੋਕਾਂ ਨੂੰ ਵੀ ਜਾਗਰੂਕ ਕਰੋ ਕਿ ਦੇਖੋ, ਪਰਖੋ ਕਿ ਕਿਹੜਾ ਉਹ ਲੀਡਰ ਹੈ, ਕਿਹੜੀ ਉਹ ਪਾਰਟੀ ਹੈ ਜਿਹੜੀ ਤੁਹਾਡੇ ਇਸ਼ੂਜ਼ ਦੇ ਉੱਤੇ ਫੋਕਸਡ ਹੈ, ਜਿਹੜੀ ਤੁਹਾਡੀ ਗੱਲ ਕਰ ਰਹੀ ਹੈ, ਨਾ ਕਿ ਦੂਸਰੇ ਪਾਸੇ ਡੈਨੀਅਲ ਸਮਿਥ ਵਰਗੇ ਜਿਹੜੇ ਕ੍ਰਿਮੀਨਲ ਲੋਕਾਂ ਦੇ ਨਾਲ 11-11 ਮਿੰਟ ਫੋਨ ਤੇ ਰਹਿੰਦੇ ਨੇ ਔਰ ਉਹਨਾਂ ਨੂੰ ਭਰੋਸਾ ਦਿਵਾ ਰਹੇ ਨੇ ਕਿ ਅਸੀਂ ਉਹਨਾਂ ਦੇ ਚਾਰਜ ਡ੍ਰੌਪ ਕਰਾਂਗੇ। ਸੋ ਮੈਂ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਆਖਰ ਦੇ ਵਿੱਚ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਵੋਟ ਜ਼ਰੂਰ ਪਾਓ, ਔਰ ਕਿਸੇ ਦੇ ਪਿੱਛੇ ਲੱਗ ਕੇ ਵੋਟ ਨਾ ਪਾਓ, ਕਿਉਂਕਿ ਜਦੋਂ ਤੁਹਾਡੀ ਕਾਰਾਂ ਦੀ ਇੰਸ਼ੋਰੈਂਸ ਵਧੀ,
ਤਾਂ ਉਹ ਤੁਹਾਡੀ ਜੇਬ ਚੋਂ ਪੈਸੇ ਨਿਕਲਣੇ ਆ, ਉਹ ਕਿਸੇ ਦੇ ਫੋਨ, ਜਿਹੜੇ ਬੰਦੇ ਨੇ ਫੋਨ ਕੀਤਾ ਹੋਵੇ ਕਿਸੇ ਆਸੇ-ਪਾਸੇ ਦੇ ਏਰੀਏ ਤੋਂ, ਉਹਦੀ ਜੇਬ ਚੋਂ ਪੈਸੇ ਨਹੀਂ ਨਿਕਲਣੇ। ਜਦੋਂ ਤੁਹਾਨੂੰ ਹਸਪੀਟਲ ਵੇਟ ਕਰਨੀ ਪਈ ਤਾਂ ਕੁਰਸੀ ਤੇ ਵੇਟ ਕਰਨੀ ਤੁਹਾਨੂੰ ਪੈਣੀ ਹੈ, ਕਿਸੇ ਹੋਰ ਨੂੰ ਨਹੀਂ ਵੇਟ ਕਰਨੀ ਪੈਣੀ। ਔਰ ਅਗਲੇ ਦਿਨ ਤੁਹਾਡਾ ਜਦੋਂ ਕੰਮ ਤੇ ਨਾ ਜਾਇਆ ਗਿਆ 18 ਘੰਟੇ ਰਾਤ ਨੂੰ ਹਸਪੀਟਲ 'ਚ ਬੈਠ ਕੇ, ਤਾਂ ਅਗਲੇ ਦਿਨ ਦੇ ਕੰਮ ਦਾ ਨੁਕਸਾਨ ਤੁਹਾਡਾ ਹੋਣਾ, ਕਿਸੇ ਦਾ ਨਹੀਂ ਹੋਣਾ। ਸੋ ਤੁਸੀਂ ਆਪਣੀ ਸਮਝ ਤੋਂ ਆਪਣੇ ਪਰਿਵਾਰ ਦੇ ਲਈ ਆਪਣੇ ਫਾਈਨੈਂਸ਼ੀਅਲ ਹਾਲਾਤ ਦੇਖ ਕੇ ਤੁਸੀਂ ਉੱਥੇ ਵੋਟ ਪਾਓ, ਨਾ ਕਿ ਕਿਸੇ ਦੇ ਕਹੇ ਤੇ ਕਿਸੇ ਦੇ ਪਿੱਛੇ ਲੱਗ। ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ, ਥੈਂਕ ਯੂ।